ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪੰਜਵਾ। ਮਨ ਘਨੈ ਭ੍ਰਮੈ ਬਨੈ, ਉਕਤ ਰਸ ਚਾਲੈ ਪ੍ਰਭ ਮਿਲਵੇ ਕੀ ਚਾਹ। ਮਨ ਘਨੈ ਭ੍ਰਮੈ ਬਨੈ, ਉਮਕਤ ਰਸ ਚਾਲੈ ਪ੍ਰਭ ਮਿਲਵੇ ਕੀ ਚਾਹ। ਰਹਾਉ ਤ੍ਰੈ ਗੁਣ ਮਾਈ ਮੋਹਿ ਆਈ, ਕਹਉ ਬੇਦਨ ਕਾਹੇ ਆਨ ਉਪਾਵ ਸਗਰ ਕੀਏ। ਨਹਿ ਦੁਖ ਸਾਕਹਿ ਲਾਹੇ, ਭਜ ਸਰਨ ਸਾਧੂ ਨਾਨਕਾ। ਮਿਲ ਗੁਣ ਗੋਬਿੰਦਹਿ ਗਾਹੇ, ਆਨ ਉਪਾਵ ਸਗਰ ਕੀਏ। ਨਹਿ ਦੁਖ ਸਾਕਹਿ ਲਾਹੇ, ਭਜ ਸਰਨ ਸਾਧੂ ਨਾਨਕਾ। ਮਿਲ ਗੁਣ ਗੋਬਿੰਦਹਿ ਗਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹ ਦਰਵੇਸ਼ ਹਕਰਾ ਗੰਜੂਰ ਹਰਦੋ ਆਲਮ ਸ਼ਾਹ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਮਹਾਨ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸੁਭਾਇਮਾਨ ਹੋ ਕੇ ਸਤਿਗੁਰੂ ਜੀ ਦੀ ਪਾਵਨ ਇਲਾਹੀ ਬਾਣੀ ਦੀ ਸ਼ਬਦ ਵਿਚਾਰ ਕਥਾ ਸਰਵਣ ਕਰਨ ਦੇ ਲਈ ਜੁੜ ਬੈਠੇ ਗੁਰੂ ਪਿਆਰੇ ਵਡਭਾਗੇ ਅਤੀ ਸਤਿਕਾਰਯੋਗ ਖਾਲਸਾ ਜੀ। ਅੱਜ ਦਾ ਪਾਵਨ ਸ਼ਬਦ ਆਪ ਜੀ ਨੇ ਜੋ ਸੁਣਿਆ ਹੈ, ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1272 ਅੰਗ ਦੇ ਉੱਤੇ ਸੁਭਾਇਮਾਨ ਹੈ। ਆਓ ਸੁਣਦੇ ਹਾਂ ਇਸ ਪਵਿੱਤਰ ਸ਼ਬਦ ਵਿੱਚ ਗੁਰੂ ਜੀ ਕੀ ਇਲਾਹੀ ਅੰਮ੍ਰਿਤਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਮਲਾਰ ਮਹੱਲਾ ਤੀਜਾ। ਮਲਾਰ ਰਾਗ ਦਾ ਨਾਮ ਹੈ। ਮਹੱਲਾ ਤੀਜਾ ਤੋਂ ਭਾਵ ਹੈ ਮਹੱਲਾ ਪੰਜਵਾ। ਮਹੱਲਾ ਪੰਜਵਾ ਤੋਂ ਭਾਵ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਪਾਵਨ ਸ਼ਬਦ ਉਚਾਰਨ ਹੋਇਆ ਹੈ। ਜਿਹੜਾ ਵੀ ਮਹੱਲਾ ਲਿਖਿਆ ਹੋਵੇ, ਜੇ ਮਹੱਲਾ ਤੀਜਾ ਤੇ ਇਹਦਾ ਭਾਵ ਸਮਝਣਾ ਕਿ ਤੀਜੇ ਪਾਤਸ਼ਾਹ ਦੀ ਬਾਣੀ ਹੈ। ਮਹੱਲਾ ਚੌਥਾ ਹੋਵੇ ਤੇ ਚੌਥੇ ਪਾਤਸ਼ਾਹ ਜੀ ਦੀ ਬਾਣੀ। ਮਹੱਲਾ ਪਹਿਲਾ ਹੋਵੇ ਤੇ ਪਹਿਲੇ ਪਾਤਸ਼ਾਹ, ਅਗਰ ਮਹੱਲਾ ਪੰਜਵਾਂ ਲਿਖਿਆ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਇਹ ਰਸਨਾ ਤੋਂ ਅੱਜ ਦਾ ਪਾਵਨ ਸ਼ਬਦ ਹੈ। ਆਰੰਭ ਤੱਕ ਕਰ ਰਹੇ। ਮਨ ਘਨੈ ਭ੍ਰਮੈ ਬਨੈ, ਮਨ ਘਨੈ ਭ੍ਰਮੈ ਬਨੈ। ਕਹਿੰਦੇ ਜਿਹੜਾ ਮਨ ਹੈ ਘਣਾ, ਬਹੁਤ ਜ਼ਿਆਦਾ ਕੀ ਕਰਦਾ ਹੈ? ਘਣੇ ਦਾ ਅਰਥ ਹੈ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਭ੍ਰਮੈ ਬਨੈ, ਗੁਰੂ ਜੀ ਕਹਿੰਦੇ ਵਣਾਂ ਵਿੱਚ ਜੰਗਲਾਂ ਵਿੱਚ ਭਟਕਦਾ। ਜੰਗਲ ਕੀ? ਵਿਸ਼ੇ ਵਿਕਾਰਾਂ ਦੇ ਜੰਗਲ ਦੇ ਵਿੱਚ ਇਹ ਮਨ ਭਟਕਦਾ। ਜੰਗਲ ਕੀ ਹੁੰਦਾ? ਜਿੱਥੇ ਕੋਈ ਰਾਹ ਨਾ ਲੱਭੇ, ਜਿੱਥੇ ਹਮੇਸ਼ਾ ਖਤਰਾ ਹੀ ਖਤਰਾ ਹੋਵੇ। ਪਤਾ ਨਹੀਂ ਅਗਲੇ ਪੈਰ ਦੇ ਵਿੱਚ ਅਗਲੀ ਜਿਹੜੀ ਮੈਂ ਅਗਲਾ ਵੀ ਜਿੰਨੀ ਵੀ ਕੋਈ ਯਾਤਰਾ ਕਰਨੀ, ਉਹਦੇ ਵਿੱਚ ਕੀ ਪਤਾ ਮੰਜ਼ਿਲ 'ਤੇ ਪਹੁੰਚਣਾ ਕਿ ਨਹੀਂ ਪਹੁੰਚਣਾ, ਮੰਜ਼ਿਲ ਅੱਗੇ ਹੈ ਵੀ ਕਿ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਨ ਘਨੈ ਭ੍ਰਮੈ ਬਨੈ। ਮਹਾਰਾਜ ਜੀ, ਮੇਰਾ ਮਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਿਸ਼ਿਆਂ ਦੇ ਜੰਗਲ ਵਿੱਚ ਘੁੰਮਦਾ, ਭਟਕਦਾ, ਵਿਸ਼ੇ ਵਿਕਾਰਾਂ ਦਾ।
ਪਰ ਨਾਲ ਇਹ ਵੀ ਕਹਿ ਦਿੱਤਾ ਉਮਕਤ ਰਸ ਚਾਲੈ। ਇਹ ਇੱਥੇ ਦੋ ਪਾਠ ਹੈ ਇਹਦੇ। ਉਮਕ ਤਰਸ ਚਾਲੈ, ਉੱਦਾਂ ਜਿਹੜਾ ਪੁਰਾਤਨ ਸੰਪਰਦਾ ਦਾ ਔਰ ਜੋ ਚੱਲਦਾ ਪਾਠ ਹੈ ਉਹ ਉਮਕਤ ਰਸ ਚਾਲੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਮਕਤ ਉਤਸ਼ਾਹ ਵਿੱਚ ਚੱਲਦਾ ਕਿੱਧਰ? ਮਹਾਰਾਜ ਕਹਿੰਦੇ ਰਸਾਂ ਦਾ। ਜੀਵਾਂ ਨੂੰ ਰਸਾਂ ਦਾ ਬੜਾ ਚਾਅ ਹੈ। ਪੰਜ ਗਿਆਨ ਇੰਦਰੀ ਹੈ ਜਿਹੜੇ, ਇਹਨਾਂ ਦੀ ਆਪੋ ਆਪਣੇ ਵਿਸ਼ਿਆਂ ਵੱਲ ਬੜੀ ਖਿੱਚ ਹੈ, ਬਹੁਤ ਖਿੱਚ ਹੈ। ਅੱਖਾਂ ਨੂੰ ਵੇਖਣ ਦੀ, ਜੀਵਾਂ ਨੂੰ ਸਵਾਦਾਂ ਦੀ, ਕੰਨਾਂ ਨੂੰ ਆਪਣੀ ਉਸਤਤੀ, ਦੂਜੇ ਦੀ ਨਿੰਦਿਆ ਸੁਣਨ ਦੀ, ਨੱਕ ਨੂੰ ਵਾਸਨਾ ਦੀ ਬੜੀ ਚਾਹਨਾ ਹੈ, ਚਮੜੀ ਨੂੰ, ਸਰੀਰ ਦੇ ਪੂਰੇ ਖਲੜੇ ਨੂੰ, ਇਹਨੂੰ ਸਪਰਸ਼ਤਾ ਦੀ ਚਾਹਨਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਇਸੇ ਤਰ੍ਹਾਂ ਹੀ ਜਿਹੜਾ ਮਨ ਹੈ ਇਹ ਉਮਕਤ ਜਾਣੀ ਉਮਾੜੇ ਵਿੱਚ ਹੈ, ਉਤਸ਼ਾਹ ਵਿੱਚ ਹੈ, ਰਸ ਚੱਲ ਹੈ, ਰਸਾਂ ਵੱਲ ਨੂੰ ਚੱਲਦਾ ਭੱਜਦਾ ਹੈ। ਮਨ ਬਹੁਤ ਭਟਕਦਾ ਹੈ, ਰੁਕਦਾ ਹੀ ਨਹੀਂ, ਟਿਕਦਾ ਹੀ ਨਹੀਂ। ਸਹੀ ਪਾਸੇ ਲਾਓ ਘੱਟ ਹੀ ਲੱਗਦਾ, ਕਹੋ ਵੀ ਤਾਂ ਵੀ ਨਹੀਂ। ਅਤੇ ਕਹਿੰਦੇ ਉਮਕ ਉਤਸ਼ਾਹ ਵਿੱਚ ਹੈ, ਤਰਸ ਚੱਲ, ਤਰਸਦਾ, ਲੋਚਦਾ, ਚੱਲਦਾ, ਭੱਜਦਾ ਹੈ ਕਿ ਮੈਨੂੰ ਆਹ ਮਿਲ ਜਾਏ, ਆਹ ਮਿਲ ਜਾਏ। ਪ੍ਰਭ ਮਿਲਵੇ ਕੀ ਚਾਹ, ਜੇਕਰ ਇਸ ਤਰ੍ਹਾਂ ਦਾ ਮਨ ਦਾ ਸੁਭਾਅ ਹੋਵੇ ਫਿਰ ਪ੍ਰਭ ਮਿਲਵੇ ਕੀ ਚਾਹ, ਫਿਰ ਪ੍ਰਭ ਨੂੰ ਮਿਲਣ ਦੀ ਕੀ ਚਾਹ ਨਾ ਹੋਈ, ਫਿਰ ਚਾਹਨਾ ਤਾਂ ਨਾ ਹੋਈ। ਪ੍ਰਭੂ ਮਿਲਣ ਦੀ ਕੋਈ ਚਾਹਨਾ ਨਹੀਂ ਹੈ ਜੇ ਇਸ ਤਰੀਕੇ ਦੇ ਨਾਲ ਮਨ ਭਟਕਦਾ ਹੋਵੇ। ਪਹਿਲਾ। ਹੁਣ ਦੂਜਾ, ਉਮਕਤ ਰਸ ਚਾਲੈ। ਹੁਣ ਜਗਿਆਸੂ ਰੂਪ ਦੇ ਵਿੱਚ ਬੇਨਤੀ ਕਰ ਰਹੇ ਹੈ। ਹੁਣ ਇਸ ਸ਼ੁਰੂ ਤੋਂ ਆਪਾਂ ਪੰਗਤੀ ਨੂੰ ਪੜ੍ਹਾਂਗੇ। ਹੇ ਵਾਹਿਗੁਰੂ, ਪ੍ਰਭ ਮਿਲਵੇ ਕੀ ਚਾਹ, ਮੈਨੂੰ ਪ੍ਰਭੂ ਜੀ ਤੁਹਾਡੇ ਮਿਲਣ ਦੀ ਚਾਹਨਾ ਹੈ, ਲਾਲਸਾ ਹੈ, ਇੱਛਾ ਹੈ, ਬੜੀ ਚਾਹਨਾ ਹੈ। ਪਰ ਉਮਕਤ ਰਸ ਚਾਲੈ, ਮੇਰਾ ਉਤਸ਼ਾਹ ਨਾਲ ਮਨ ਚੱਲਦਾ ਵੀ ਹੈ, ਮੈਂ ਚੱਲਦਾ ਵੀ ਹਾਂ, ਯਤਨ ਕਰਦਾ ਵੀ ਹਾਂ ਨਾਮ ਰਸ ਆ ਜਾਏ। ਪਰ ਕਰਾਂ ਕੀ, ਮਨ ਘਨੈ ਭਰਮੈ ਬਨੈ। ਮਨ ਆਪਣੇ ਸੰਸਕਾਰਾਂ ਦੇ ਤਹਿਤ, ਸੰਸਕਾਰ ਜੋ ਨੇ ਇਹਦੇ ਕੋਲ ਲੈ ਕੇ ਕਿਧਰੇ ਹੋਰ ਜਾਈਦਾ, ਜਾ ਵੜਦਾ ਕਿਧਰੇ ਹੋਰ। ਮਨ ਐਸਾ ਹੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਫਰੀਦਾ ਜਿੰਦ ਨਿਮਾਣੀ ਹੇਕੜੀ, ਫਾਹੀ ਵਾਲ 50। ਇਹ ਤਨ ਲਹਿਰੀ ਗੱਡ ਥਿਆ, ਸੱਚੇ ਤੇਰੀ ਆਸ। ਜਿੰਦ ਕੱਲੀ ਹੈ ਅਤੇ ਫਾਹੀਆਂ ਇਹਨੂੰ 50 ਨੇ, 1 ਨਾ 2 ਨਾ 5 ਨਾ 7 ਨਾ 50। 50 ਵੀ ਬਹੁ ਗਿਣਤੀ ਦੇ ਰੂਪ ਦੇ ਵਿੱਚ ਬਹੁ ਵਚਨ ਹੈ। ਆਪਾਂ 50 ਦਾ ਮਤਲਬ ਇਹ ਨਹੀਂ ਵੀ ਗਿਣਦਿਆਂ 50 ਹੋਣ। ਉਹ ਜਿਹੜੀ ਬਹੁਤ ਜ਼ਿਆਦਾ ਨੇ, ਫਾਹੀਆਂ ਐਸੀਆਂ ਨੇ ਵੀ ਪਤਾ ਨਹੀਂ ਜਿੱਧਰ ਨੂੰ ਤੁਰਦਾ ਉੱਧਰ ਹੀ ਮਨ ਦੇ ਉੱਤੇ ਕੋਈ ਨਾ ਕੋਈ ਵਿਸ਼ਾ, ਕੋਈ ਨਾ ਕੋਈ ਵਿਕਾਰ, ਕੋਈ ਨਾ ਕੋਈ ਅਵਗੁਣ ਭਾਰਾ ਪੈ ਜਾਂਦਾ ਹੈ। ਪਰ ਮੇਰੇ ਵਾਹਿਗੁਰੂ, ਮੇਰੇ ਮਨ 'ਚ ਤਾਂ ਚਾਹੁੰਦਾ ਤੈਨੂੰ ਮਿਲਣ ਦੀ, ਪਰ ਮਨ ਭਟਕਦਾ ਬਹੁਤ ਹੈ। ਇੱਕ ਜਗਿਆਸੂ ਹੈ, ਉਹ ਦੱਸ ਰਿਹਾ ਆਪਣੀ ਹਾਲਤ। ਆ ਬੰਦ ਕਰਦੇ। ਜਗਿਆਸੂ ਹੈ ਜਿਹੜਾ, ਉਹ ਬੇਨਤੀ ਕਰ ਰਿਹਾ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ। ਤਰੈ ਗੁਣ ਮਾਈ ਮੋਹੇ ਆਈ, ਕਹਉ ਬੇਦਨ ਕਾਹੇ। ਤਰੈ ਗੁਣ ਮਾਈ, ਮਾਈ ਜਾਣੀ ਕਿ ਮਾਇਆ ਤਿੰਨਾਂ ਗੁਣਾਂ ਵਾਲੀ ਹੈ। ਰਾਜਗੁਣ, ਤਮ ਗੁਣ, ਸਤਗੁਣ ਕਹੀਐ। ਇਹ ਤੇਰੀ ਸਭ ਮਾਇਆ। 3 ਗੁਣ ਹੈ, ਰਜੋ ਹੈ, ਤਮੋ ਹੈ, ਸਤੋ ਹੈ। ਤ੍ਰੈ ਗੁਣ ਮਾਈ, ਇਹ ਤਿੰਨੇ ਗੁਣਾਂ ਵਾਲੀ ਜਿਹੜੀ ਮਾਇਆ ਮੋਹੇ ਆਈ, ਇਹ ਮੋਹਣ ਦੇ ਲਈ ਆਈ ਹੈ। ਜਾਂ ਮੋਹਿਆ ਈ, ਫਿਰ ਇੱਦਾਂ ਕਰ ਲਈਏ ਪਾਠ ਨੂੰ, ਈ ਨੂੰ ਨੇੜਲਾ ਸੰਬੰਧਕ ਬਣਾ ਲਈਏ ਅਤੇ ਫਿਰ ਇਹਦਾ ਮਤਲਬ ਬਣ ਜਾਊਗਾ, ਮਹਾਰਾਜ ਜੀ ਇਹ ਤਿੰਨਾਂ ਗੁਣੀ
ਤ੍ਰੈ ਗੁਣੀ ਮਾਇਆ ਨੇ ਮੇਰੇ ਮਨ ਨੂੰ ਮੋਹਿਆ ਏ, ਮੋਹ ਰੱਖਿਆ ਹੈ, ਉਧਰ ਨੂੰ ਭੱਜਦਾ ਹੈ। ਜਿਵੇਂ ਨਿਆਣੇ ਨੂੰ ਪੜ੍ਹਨ ਲਈ ਲਾਈਦਾ ਨਾ, ਮਾਪੇ ਲਾਉਂਦੇ ਪੜ੍ਹਨ ਦੇ ਲਈ, ਲੱਗਦਾ ਆਵਾਜ਼ ਜੀ ਆਉਂਦੀ ਨਿਆਣਿਆਂ ਦੀ ਦੂਜਿਆਂ ਦੀ, ਬਸ ਉੱਥੇ ਹੀ ਪੈਨ ਪੈਨਸਲਾਂ ਕਾਪੀਆਂ ਛੱਡ ਕੇ ਦੌੜਦਾ, ਭੱਜਣ ਦੇ ਲਈ ਜਾਂਦਾ ਵੀ ਬਸ। ਉਹਨੂੰ ਪਤਾ ਨਹੀਂ ਨਾ ਵੀ ਜੋ ਮੈਂ ਹੁਣ ਪੜ੍ਹ ਰਿਹਾ ਜਾਂ ਜੋ ਮੈਂ ਮਿਹਨਤ ਕਰ ਰਿਹਾ ਮੇਰੇ ਕੰਮ ਆਉਣ ਵਾਲੀ ਹੈ। ਉਹਦੇ ਸੰਸਕਾਰ ਬਣ ਗਏ ਆ ਨਿਆਣਿਆਂ ਦੇ ਨਾਲ, ਬੱਚਿਆਂ ਦੇ ਨਾਲ, ਉਹਨੂੰ ਮਿੱਠਾ ਲੱਗਦਾ ਉਹ ਖੇਡ। ਇੱਦਾਂ ਹੀ ਮੇਰੇ ਮਾਲਕ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ, ਰਜੋ ਤਮੋ ਸਤੋ, ਇਹਦੇ ਵੈਸੇ ਤਾਂ ਰਜੋ ਤਮੋ ਸਤੋ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ, ਇਹਦੇ ਉੱਤੇ ਬਹੁਤ ਚਰਚਾ ਹੈ ਇਹਦੀ। ਵੱਡੇ ਵੱਡੇ ਸ਼ਾਸਤਰ ਜਿੰਨੇ ਵੀ ਆ ਉਹਨਾਂ ਵਿੱਚ ਇਹਦਾ ਜ਼ਿਕਰ ਆਉਂਦਾ ਹੀ ਆਉਂਦਾ। ਕ੍ਰਿਸ਼ਨ ਜੀ ਨੂੰ ਸਵਾਲ ਕੀਤਾ ਗਿਆ ਵੀ ਇਹ ਬੰਦੇ ਦੇ ਹੱਥ ਸਭ ਕੁਝ ਹੈ ਜਾਂ ਪਰਮਾਤਮਾ ਦੇ ਹੱਥ ਹੈ? ਉਹਨਾਂ ਫਿਰ ਉਹਦੇ ਵਿੱਚ ਜ਼ਿਕਰ ਵੀ ਕੀਤਾ ਵੀ ਤਿੰਨਾਂ ਗੁਣਾਂ ਦੀ ਖੇਡ ਹੈ, ਤਿੰਨੇ ਗੁਣਾਂ ਦੀ ਖੇਡ ਹੈ, ਤਿੰਨ ਗੁਣ ਪਾਏ ਹੋਏ ਆ, ਰਜੋ ਹੈ, ਤਮੋ ਹੈ, ਸਤੋ ਹੈ। ਸਤੋ ਗੁਣੀ ਹੈ ਜਿਹੜਾ ਗਿਆਨ ਦਾ ਸੋਮ ਹੈ, ਗਿਆਨਮਈ ਹੈ। ਜਿਹੜਾ ਤਮੋ ਗੁਣ ਹੈ ਇਹ ਕਿਰਿਆ ਪ੍ਰਧਾਨ ਹੈ, ਜਿਹੜਾ ਰਜੋ ਗੁਣ ਹੈ ਇਹ ਜੜ ਪ੍ਰਧਾਨ ਹੈ। ਤਿੰਨ ਚੀਜ਼ਾਂ ਨਾਲ ਸਭ ਪ੍ਰਿਥਵੀ ਚੱਲਦੀ ਹੈ, ਇੱਕ ਜੜ ਮੈਟਲ, ਇੱਕ ਕਿਰਿਆ ਕੁਝ ਹੋ ਰਿਹਾ ਕਰਤਾ ਕਿਰਿਆ, ਅਤੇ ਇੱਕ ਉਹਦੇ ਪਿੱਛੇ ਸੋਚ ਸਮਝ ਗਿਆਨ ਕੰਮ ਕਰਦਾ। ਤਿੰਨ ਚੀਜ਼ਾਂ ਨੇ ਇਹ, ਤਿੰਨੇ ਹੀ ਗੁਣ ਜਦੋਂ ਹੁੰਦੇ ਤਾਂ ਕੁਝ ਬਣਦਾ ਜਾਂ ਕੁਝ ਹੋ ਰਿਹਾ, ਸਭ ਕੁਝ ਚੱਲ ਰਿਹਾ। ਕਈ ਚੀਜ਼ਾਂ ਵਿੱਚ ਤਿੰਨੇ ਗੁਣ ਕੰਮ ਕਰਦੇ ਆ, ਕਈਆਂ ਦੇ ਵਿੱਚ ਇੱਕ ਗੁਣ ਦੀ ਜ਼ਿਆਦਾ ਬਹੁਲਤਾ ਹੈ, ਉਹ ਜਾੜੇ ਆ ਸਾਰੀਆਂ ਚੀਜ਼ਾਂ, ਕਈ ਸਾਰੀਆਂ। ਕਈਆਂ ਦੇ ਵਿੱਚ ਦੋ ਗੁਣ ਹੈ, ਕਈਆਂ 'ਚ ਤਿੰਨ ਹੈ, ਕਈਆਂ 'ਚ ਗੜਬੜੀ ਇਹ ਚੱਲਦੀ ਹੈ ਵੀ ਸਤੋ ਗੁਣੀ ਸੱਤ ਗੁਣ ਹੈ ਜਿਹੜਾ ਗਿਆਨ ਹੈ ਉਹ ਦੱਬਿਆ ਪਿਆ, ਉਹਦੇ ਉੱਤੇ ਤਮੋ ਗੁਣ ਦਾ ਪ੍ਰਭਾਵ ਜ਼ਿਆਦਾ ਪੈ ਰਿਹਾ। ਕਿਰਿਆ ਕੰਮ ਕਰੋ 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 ਕਰੋ, ਬਸ ਇਸੇ ਚੀਜ਼ 'ਤੇ ਹੀ ਜ਼ੋਰ ਲਾਇਆ ਹੋਇਆ, ਗਿਆਨ ਦੀ ਕੋਈ ਲੋੜ ਨਹੀਂ ਹੈ, ਇਸ ਚੀਜ਼ ਨੂੰ ਕਰਦੇ ਆ ਉਹ। ਕਈ ਫਿਰ ਉਹ ਵੀ ਨਹੀਂ ਕਿ ਬਿਲਕੁਲ ਜੜ ਮੂਰਖ ਆ ਗਏ, ਅਤੇ ਕਈਆਂ ਨੇ ਫਿਰ ਉਹ ਦੋ ਨੂੰ ਦੱਬ ਲਿਆ, ਕੰਮ ਨੂੰ ਵੀ ਆਪਣੇ ਸੁਰਤ ਦੇ ਅਨੁਸਾਰ ਕਰਦਾ ਹੈ, ਅਤੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਵੀ ਸਮਝਦਾ ਵੀ ਇਹ ਮੇਰੇ ਤੋਂ ਵੱਖਰੇ ਹੈ, ਥੋੜ੍ਹਾ ਜਿਹਾ ਮੈਂ ਕੁਝ ਕਰਨ ਲਈ ਆਇਆ, ਇੰਨਾ ਕੁ ਜਾਗਿਆ ਹੋਇਆ ਬੰਦਾ ਸਤੋ ਗੁਣੀ ਹੈ। ਪਰ ਜਿਹੜੇ ਨੇ ਕਰਕੇ ਆਪਣੇ ਆਪ ਨੂੰ ਜਾਣ ਲਿਆ ਵੀ ਮੈਂ ਨਾ ਰਾਜਾ ਨਾ ਤਾਮਾ ਨਾ ਸਾਤਾਂ, ਮੈਂ ਇਹਨਾਂ ਤੋਂ ਵੱਖਰਾ, ਮੈਂ ਉਸ ਵਾਹਿਗੁਰੂ ਦਾ ਰੂਪ ਹਾਂ ਜਿਹਦੇ ਅੱਗੇ ਤਿੰਨੇ ਝੁਕਦੇ ਆ, ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ। ਮੇਰੀ ਨਮਸਕਾਰ ਹੈ ਉਸ ਵਾਹਿਗੁਰੂ ਦੇ ਅੱਗੇ ਜਿਹੜੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਬਣਾਇਆ ਹੈ, ਅਤੇ ਜਿਹੜਾ ਆਪ ਸ਼ਾਂਤੀ ਸਰੂਪ ਹੈ। ਤਿੰਨਾਂ ਦੇ ਵਿੱਚ ਜਿੰਨਾ ਚਿਰ ਰਹੋਗੇ ਹਲਚਲ ਰਹੇਗੀ। ਸਤੋ ਗੁਣੀ ਵੀ ਬਿਰਤੀ ਟਿਕਦੀ ਨਹੀਂ, ਉੱਥੇ ਵੀ ਡਗਮਗਾਉਂਦਾ, ਉੱਥੇ ਵੀ ਉਹ ਅਵਸਥਾ ਹੈ ਡਗਮਗ ਛਾੜ ਰਹੇ ਮਨ ਬੌਰਾ, ਜੁੜਿਆ ਤਾਂ ਹੋਇਆ। ਚੌਥਾ ਪਦ ਹੈ ਜਿਹੜਾ ਇਹਨਾਂ ਤਿੰਨਾਂ ਤੋਂ ਪਾਰ, ਜਿਹਦੇ ਬਾਰੇ ਇਤਿਹਾਸ ਵਿੱਚ ਭਾਈ ਰਾਮ ਕੌਰ ਜੀ ਜੇ ਅੰਮ੍ਰਿਤ ਛਕ ਕੇ ਬਾਬਾ ਗੁਰਬਖਸ਼ ਸਿੰਘ ਜੀ ਬਣੇ, ਅੰਮ੍ਰਿਤ ਛਕਿਆ ਜਿੰਨਾ। ਮਾਤਾ ਗੁਜਰੀ ਜੀ ਨੇ ਇੱਕ ਵਾਰ ਕਲਗੀਧਰ ਮਹਾਰਾਜ ਨੂੰ ਬੇਨਤੀ ਕੀਤੀ ਜਾਂ ਗੁਰੂ ਰੂਪ ਵਿੱਚ ਬੇਨਤੀ ਕਹਿ ਸਕਦੇ, ਪੁੱਤਰ ਰੂਪ ਦੇ ਵਿੱਚ ਉੱਦਾਂ ਗੱਲਬਾਤ ਕੀਤੀ, ਇਹ ਕਹਿ ਸਕਦੇ ਹਾਂ। ਮਾਤਾ ਜੀ ਨੇ ਆਖੀ ਪੁੱਤਰ ਜੀ ਕਿ ਗੁਰੂ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਤੇ ਉਹ ਤਾਂ ਖੁਦ ਪਰਮਾਤਮਾ ਦਾ ਰੂਪ ਹੁੰਦੇ ਆ, ਤੁਹਾਡੀ ਗੱਲ ਨਹੀਂ। ਕੀ ਕੋਈ ਐਸਾ ਗੁਰਸਿੱਖ ਵੀ ਹੈ ਜਿਹੜਾ ਬ੍ਰਹਮ ਗਿਆਨ ਦੇ ਆਖਰੀ ਅਵਸਥਾ, ਜਿਹੜੀ ਬ੍ਰਹਮ ਗਿਆਨ ਦੀ 7ਵੀਂ ਭੂਮਿਕਾ ਹੁੰਦੀ ਹੈ ਜਿਹੜੀ, ਉਹਦੇ ਵਿੱਚ ਹੋਵੇ? ਮਹਾਰਾਜ ਕਹਿੰਦੇ ਮਾਤਾ ਜੀ ਜਿੰਨੇ ਤੁਸੀਂ ਕਹੋ ਇੱਥੇ ਸਾਰੇ ਜਿੰਨੇ ਸਿੰਘ ਨੇ ਤੁਰੇ ਫਿਰਦੇ ਆ ਸਾਰੇ ਭੂਮਿਕਾਵਾਂ ਵਾਲੇ ਹੀ ਹੈ, ਜਾਂ ਭੂਮਿਕਾ ਜਿੰਨੀਆਂ ਨੇ ਸਭ ਟੱਪੀ ਬੈਠੇ ਆ, ਇਹ ਸਭ ਮਰਜੀ ਬੜੀ ਹੈ, ਇਹ ਤੱਤਵੇਤੇ ਆ। ਪਰ ਮਾਤਾ ਜੀ ਕਹਿੰਦੇ ਕੋਈ, ਅਸੀਂ ਵੀ ਚਾਹੁੰਦੇ ਹਾਂ ਵੀ ਸੇਵਾ ਕਰੀਏ, ਲੰਗਰ ਪਾਣੀ ਛਕਾਈਏ, ਕੋਈ ਦੱਸੋ ਕਿਹੜਾ? ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੋ ਫਿਰ ਭਾਈ ਰਾਮ ਕੌਰ ਜੀ ਸੀ ਜਿਹੜੇ
ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸੀ। ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਸੱਦਿਆ ਸੀ, ਉਹ ਆਏ ਸੀ। ਉਹਨਾਂ ਨੂੰ ਮਾਤਾ ਜੀ ਨੇ ਫਿਰ ਲੰਗਰ ਪਾਣੀ ਵੀ ਛਕਾਇਆ। ਉਹਨਾਂ ਦੀ ਐਸੀ ਅਵਸਥਾ ਸੀ ਕਿ ਸਾਧ ਸੰਗਤ ਜੀ, ਰਜ ਤਮ ਸਤ ਦਾ ਕੋਈ ਪ੍ਰਭਾਵ ਹੀ ਨਹੀਂ। ਯਾਨੀ ਸਰੀਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਂ ਅੰਦਰਲਾ ਮਨ, ਇਉਂ ਸਮਝ ਲਓ ਤਿੰਨ ਚੀਜ਼ਾਂ ਹੀ ਕੰਮ ਕਰਦੇ ਆ। ਇੱਕ ਸਰੀਰ ਦੇ ਅੰਦਰ ਜੋ ਅੰਤःਕਰਨ ਹੈ, ਅੰਤःਕਰਨ ਦੇ ਵਿੱਚ ਪ੍ਰਤਿਬਿੰਬ ਪੈ ਰਿਹਾ, ਅੰਤःਕਰਨ ਸਤੋ ਗੁਣੀ ਹੈ, ਗਿਆਨ ਹੈ ਉਹਦੇ ਵਿੱਚ। ਸਰੀਰ ਹੈ ਜਿਹੜਾ, ਇਹ ਕਿਰਿਆ ਪ੍ਰਧਾਨ ਹੈ, ਤਮੋ ਗੁਣੀ ਹੈ। ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਜੁੜੀਆਂ ਨੇ, ਆ ਮੇਰਾ ਘਰ, ਇਹ ਰਜੋ, ਇਹ ਸਭ ਜੜ ਚੀਜ਼ਾਂ ਨੇ। ਅਤੇ ਜਿਹੜਾ ਤਾਂ ਮਨੋਮਈ ਸਰੀਰ ਵਿੱਚ ਵਿਚਰਦਾ ਹੈ। ਹੁਣ ਥੋੜ੍ਹੀਆਂ ਜਿਹੀਆਂ ਗੱਲਾਂ ਕਈ ਵਾਰੀ ਡੂੰਘੀਆਂ ਹੋ ਜਾਂਦੀਆਂ, ਇਹ ਸੋਚਣਾ ਪੈਂਦਾ ਕਿ ਇਹ ਜਿਹੜੀਆਂ ਗੱਲਾਂ ਨੇ ਕਿ ਇਹ ਦੱਸੀਆਂ ਜਾ ਸਕਦੀਆਂ ਨੇ। ਪਰ ਕਈ ਵਾਰ ਐਸਾ ਵੀ ਹੁੰਦਾ ਵੀ ਆਪਾਂ ਇੱਥੇ ਬੈਠੇ, ਆਪਾਂ ਨੂੰ ਉਨੀਆਂ ਗੱਲਾਂ ਨਹੀਂ ਸਮਝ ਪੈਂਦੀਆਂ, ਪਰ ਸਰੋਤੇ ਦੂਰ ਦੂਰ ਤੱਕ ਬੈਠੇ ਹੁੰਦੇ ਆ, ਬੜੀ ਦੂਰ ਤੱਕ ਸੁਣਦੇ ਆ, ਬਾਹਰਲੇ ਮੁਲਕਾਂ ਤੱਕ ਬੈਠੇ ਸੁਣਦੇ ਆ, ਉਹਨੂੰ ਉਹ ਇਕੱਲੀ ਇਕੱਲੀ ਗੱਲ ਨੂੰ ਸਮਝਦੇ ਆ। ਤਾਂ ਕਰਕੇ ਕਦੇ ਕਦੇ ਕਈ ਗੱਲਾਂ ਭਾਰੀਆਂ ਵੀ ਆ ਜਾਂਦੀਆਂ, ਵਿੱਚ ਕਹਿਣੀਆਂ ਪੈਂਦੀਆਂ ਨੇ। ਜਿਹੜਾ ਇਹ ਰਜੋ ਹੈ, ਤਮੋ ਹੈ, ਸਤੋ ਹੈ, ਸਾਡੇ ਨਾਲ ਜੁੜਿਆ ਹੋਇਆ, ਜਿਹੜੀ ਅੰਤঃਕਰਨ ਸਤੋਮਈ ਹੈ। ਅਵਿਦਿਆ ਥੋੜ੍ਹੀ ਜਿਹੀ ਇਹਦੇ ਉੱਤੇ ਹਾਵੀ ਹੈ। ਸਰੀਰ ਹੈ ਤਮੋਗੁਣੀ ਹੈ, ਕਿਰਿਆ ਪ੍ਰਧਾਨ ਹੈ। ਅਤੇ ਜਿਹੜੀਆਂ ਇਹਦੇ ਨਾਲ ਜੁੜੀਆਂ ਚੀਜ਼ਾਂ ਨੇ, ਪਦਾਰਥ ਨੇ, ਇਹ ਰਜੋਗੁਣੀ ਹੈ। ਬਸ ਇਹ ਜੜ ਨੇ। ਅਤੇ ਜਿਹੜਾ ਇਹ ਜਾਣ ਲਏ ਨਾ ਆ ਪਦਾਰਥ ਮੇਰੇ ਨੇ, ਮੇਰੇ ਰੂਪ ਨੇ, ਨਾ ਮੇਰਾ ਸਰੀਰ ਹੈ, ਮੇਰਾ ਹੀ ਹੈ ਇਹ, ਔਰ ਮਨ ਵੀ ਮੈਂ ਨਹੀਂ ਹਾਂ, ਨਾ ਮੈਂ ਬੁੱਧੀ ਹਾਂ, ਨਾ ਮੈਂ ਚਿੱਤ ਹਾਂ, ਨਾ ਹੰਕਾਰ ਹਾਂ। ਇਹ ਤਾਂ ਇੱਕ ਪਰਛਾਮ ਹੈ। ਅਤੇ ਇਉਂ ਲੱਗਦਾ ਜਿਵੇਂ ਸ਼ੀਸ਼ੇ ਦੇ ਵਿੱਚ, ਦਰਪਣ ਦੇ ਵਿੱਚ ਪ੍ਰਤਿਬਿੰਬ ਪਰਛਾਵਾਂ ਪੈਂਦਾ, ਇਉਂ ਲੱਗੇ ਉਹ ਸ਼ੀਸ਼ੇ ਦੇ ਵਿੱਚ ਖੜਾ ਬੰਦਾ ਮੈਂ ਹਾਂ। ਜੇ ਕੋਈ ਕਹੇ ਤੂੰ ਨਹੀਂ, ਆਖੂਗਾ ਮੈਂ ਕਿਉਂ ਨਹੀਂ, ਉਹ ਦੇਖ ਉੱਦਾਂ ਹੀ ਜੋ ਚੇਸ਼ਟਾ ਕਰ ਰਿਹਾ, ਸਭ ਕੁਝ ਹੋ ਰਿਹਾ। ਇੱਦਾਂ ਹੀ ਅਗਿਆਨਤਾ ਦੇ ਵਿੱਚ ਪ੍ਰਤਿਬਿੰਬ ਪੈ ਰਿਹਾ ਹੈ ਬਸ ਬ੍ਰਹਮ ਦਾ। ਤੂੰ ਤੇ ਜਦੋਂ ਬੁੱਧ ਬਦਲੀ ਸਿੱਧ ਪਾਈ, ਜਦੋਂ ਬੁੱਧ ਬਦਲ ਗਈ, ਆਪਣੇ ਨਿੱਜੀ ਸਰੂਪ ਨੂੰ ਗੁਰੂ ਦੇ ਦੱਸੇ ਅਨੁਸਾਰ ਲੱਭੇਗਾ, ਅਤੇ ਫਿਰ ਪਤਾ ਲੱਗੇਗਾ ਮੈਂ ਨਾ ਮਨ, ਨਾ ਬੁੱਧ, ਨਾ ਚਿੱਤ, ਨਾ ਹੰਕਾਰ, ਨਾ ਸਰੀਰ ਨਾਲ ਜੁੜੇ ਪਦਾਰਥ। ਮੈਂ ਤਾਂ ਉਹ ਹਾਂ ਜਿਸ ਨੂੰ ਜੋਤ ਸਰੂਪ ਆਖਿਆ। ਮੈਂ ਤਾਂ ਮਨ ਸਮਝੀ ਗਿਆ। ਮਹਾਰਾਜ ਉੱਥੇ ਫਿਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਤੂੰ ਜੋਤ ਸਰੂਪ ਹੈ ਮਨਾ। ਤੂੰ ਜੋ ਆਪਣਾ ਰੂਪ ਬਣਾਈ ਬੈਠਾ ਹੈ ਉਹ ਨਹੀਂ ਹੈ ਤੂੰ। ਗੱਲ ਇਹ ਆ, ਤੂੰ ਭੁੱਲਿਆ ਹੋਇਆ ਆਪਣਾ ਮੂਲ ਪਛਾਣ। ਮਨ ਹਰਿ ਜਿਉ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਇਹ ਗੱਲਾਂ ਕਹਿ ਰਹੇ ਨੇ। ਪਰ ਨਾਲ ਇਹ ਵੀ ਕਹਿ ਰਹੇ ਤ੍ਰੈ ਗੁਣ ਮਾਈ ਮੋਹਿ ਆਈ। ਪਰ ਤਿੰਨੇ ਗੁਣਾਂ ਦੇ ਵਿੱਚ, ਰਜੋ ਤਮੋ ਸਤੋ, ਮਤਲਬ ਸਰੀਰ ਦੇ ਵਿੱਚ, ਸਰੀਰ ਨਾਲ ਜੁੜੀਆਂ ਚੀਜ਼ਾਂ ਦੇ ਵਿੱਚ, ਆਪਣੇ ਮਨ ਦੇ ਵਿੱਚ ਅਹੰਕਾਰ ਇਤਿਆਦਿਕ ਦੀਆਂ ਚੀਜ਼ਾਂ ਵਿੱਚ ਫਸਿਆ ਪਿਆ। ਕਦੇ ਸਰੀਰ ਨਾਲ ਜੁੜੀਆਂ ਚੀਜ਼ਾਂ ਦੇ ਨਾਲ, ਜਾਂ ਆਪਣੇ ਮਨ ਦੇ ਉੱਤੇ ਵਿੱਚ ਮਾਣ ਬੜਾ ਕਰਦਾ, ਛੱਡਦਾ ਕਿਤੇ। ਔਰ ਇਹੀ ਔਖਾ ਕੰਮ ਹੈ, ਮਨ ਕਰਕੇ ਜਿਹੜਾ ਮਾਣ ਹੋਣਾ। ਕਬੀਰ ਜੀ ਕਹਿੰਦੇ ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਨ ਤਾਂ ਐਸੀ ਭੈੜੀ ਚੀਜ਼ ਹੈ, ਵੱਡੇ ਵੱਡੇ ਮੁਨੀਆਂ ਨੂੰ, ਰਿਸ਼ੀਆਂ ਨੂੰ ਆਹ ਜਿਹੜਾ ਆਖਰੀ ਤਲ ਹੈ, ਇਹ ਤੋਂ ਟੱਪਣਾ ਔਖਾ ਹੋ ਜਾਂਦਾ ਹੈ। ਤਪ ਵੀ ਕਰਦੇ, ਸਾਧਨਾ ਵੀ ਕਰਦੇ, ਸਾਰਾ ਕੁਝ ਕਰਦੇ, ਪਰ ਇਹਨੂੰ ਨਹੀਂ ਮਾਰ ਸਕਦੇ ਆਪਣੇ ਅੰਦਰਲੇ ਨੂੰ। ਇਹਨੂੰ ਰੋਕਣਾ ਔਖਾ ਹੈ। ਇਹਦਾ ਵੇਗ ਬਹੁਤ ਤੇਜ਼ ਹੈ। ਤਾਂ ਮਹਾਰਾਜ ਕਹਿੰਦੇ ਤ੍ਰੈ ਗੁਣ ਮਾਈ ਮੋਹਿ ਆਈ। ਇਹ ਮਾਇਆ ਹੀ ਹੈ, ਤਿੰਨੇ ਗੁਣ ਮਾਇਆ ਹੀ ਰੂਪ, ਮਾਇਆ ਦਾ ਹੀ ਰੂਪ ਹੈ। ਇਸੇ ਨੂੰ ਇਹ ਮਾਇਆ ਕਹਿੰਦੇ ਹਨ। ਕਹੋਂ ਬੇਦਨ ਕਾਹੇ। ਮਹਾਰਾਜ ਕਹਿੰਦੇ ਬੇਦਨਾ, ਇਹ ਪੀੜਾ ਕਿਹਨੂੰ ਕਹਾਂ ਇੱਥੇ। ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲ ਕੋਈ ਬੇਨਤੀ ਕਰਨ ਲਈ ਖੜੀਏ, ਉਹ ਆਪਣੇ ਦੁੱਖਾਂ ਦਾ ਭਰਿਆ ਹੋਇਆ, ਉਹ ਆਪ ਤਿੰਨਾਂ 'ਚ ਫਸਿਆ ਹੋਇਆ। ਜਿਹਦੇ ਕੋਲ ਆਪਣੀ ਕਿਤੇ ਗੱਲ ਲੈ ਕੇ ਜਾਈਏ, ਉਹ ਅੱਗੋਂ ਸਮਝੀਦਾ ਵੀ ਇਹ ਦਾਤਾ, ਉਹ ਤੇ ਆਪ ਮੰਗਦਾ। ਕਿਹਦੇ ਕੋਲ ਬੇਨਤੀ ਕਰਾਂ। ਇੱਕ ਵਾਰ ਦੀ ਗੱਲ ਹੈ,
ਇੱਕ ਕੋਈ ਗਰੀਬ ਮੰਗਤਾ, ਛੋਟੀ ਜਿਹੀ ਕਹਾਣੀ ਹੁੰਦੀ ਹੈ। ਗਰੀਬ ਮੰਗਤਾ ਲੋੜਵੰਦ ਸੀ, ਉਹਦੇ ਮਨ 'ਚ ਆਇਆ ਵੀ ਚਲੋ ਬਾਦਸ਼ਾਹ ਕੋਲ ਜਾਵਾਂ। ਅਕਬਰ ਦੇ ਸਮੇਂ ਦੀ ਗੱਲ ਹੈ ਵੀ ਮੰਗਾਂ ਜਾ ਕੇ ਗਿਆ। ਜਾ ਕੇ ਦਰਵਾਜ਼ਾ ਖਟਖਟਾਇਆ। ਦਰਵਾਜ਼ਾ ਖਟਖਟਾਇਆ, ਸੇਵਾਦਾਰ ਨੇ ਖੋਲ੍ਹ ਦਿੱਤਾ। ਕੁਝ ਸਮਾਂ ਐਸਾ ਸੀ ਬਾਦਸ਼ਾਹ ਦਾ ਰੱਖਿਆ ਵੀ ਇਸ ਸਮੇਂ ਜੇ ਕੋਈ ਮੰਗੇਗਾ ਸਿੱਧਾ ਹੀ ਮੈਂ ਗੱਲ ਕਰੂੰਗਾ। ਚੰਗੇ ਵੀ ਸੀ ਬਾਦਸ਼ਾਹ ਕਈ। ਅਤੇ ਸੇਵਾਦਾਰ ਨੂੰ ਆਖਿਆ ਕਿ ਉਹ ਬੰਦਾ ਜਿਹੜਾ ਆਇਆ ਸੀ ਉਹਨੇ ਪੁੱਛਿਆ ਕਿਵੇਂ ਆਇਆ। ਉਹ ਕਹਿੰਦਾ ਮੈਂ ਬਾਦਸ਼ਾਹ ਨੂੰ ਮਿਲਣ ਆਇਆ, ਮੈਂ ਕੁਝ ਲੋੜਵੰਦ ਆ, ਮੰਗਤਾ ਮੰਗਣ ਆਇਆ, ਬਾਦਸ਼ਾਹ ਤੋਂ ਮੰਗਾਂਗਾ। ਅਤੇ ਉਹਨੂੰ ਸੇਵਾਦਾਰ ਨੇ ਕਿਹਾ ਚੰਗਾ ਅੱਗੇ ਚੱਲ ਜਾ। ਉਹ ਅੱਗੇ ਗਿਆ ਅਤੇ ਬਾਦਸ਼ਾਹ ਅਤੇ ਆਪਣੇ ਜਿਹੜੇ ਨੌਕਰ ਚਾਕਰ ਅਹਿਲਕਾਰ ਸੀ ਉਹਨਾਂ ਦੇ ਸਮੇਤ ਅੱਗੇ ਜਿਸ ਮਹਿਲਾਂ ਦੇ ਵਿੱਚ ਇੱਕ ਜਗ੍ਹਾ ਐਸੀ ਬਣਾਈ ਸੀ ਜਿੱਥੇ ਖੜ੍ਹ ਕੇ ਉਹ ਨਮਾਜ਼ ਪੜ੍ਹਦਾ ਸੀ। ਉਹਨੇ ਨਮਾਜ਼ ਪੜ੍ਹ ਰਿਹਾ ਸੀ। ਨਮਾਜ਼ ਤੋਂ ਬਾਅਦ ਦੁਆ ਕਰਨ ਲੱਗਿਆ ਹੋਇਆ ਸੀ। ਇੱਦਾਂ ਹੱਥ ਜੁੜੇ ਹੋਏ ਸੀ, ਗੋਡਣਿਆਂ 'ਤੇ ਬੈਠਾ ਹੋਇਆ ਸੀ, ਸਿਰ ਉੱਤੇ ਨੂੰ ਚੁੱਕਿਆ ਹੋਇਆ ਸੀ। ਯਾ ਖੁਦਾਵੰਦ ਕਰੀਮ ਮੇਰੇ 'ਤੇ ਰਹਿਮਤ ਕਰ, ਮੈਨੂੰ ਇੰਨਾ ਦੇ ਕਿ ਮੇਰੇ ਬੂਹੇ ਤੋਂ ਕੋਈ ਖਾਲੀ ਨਾ ਮੁੜੇ। ਮੇਰੇ ਜਿੰਨੀ ਵੀ ਮੇਰੇ ਕੋਲ ਜ਼ਮੀਨ ਜਾਇਦਾਦ ਹੈ ਇਹਦੇ ਵਿੱਚ ਬਰਕਤ ਫਰਮਾ, ਜੋ ਵੀ ਮੇਰਾ ਖਜ਼ਾਨਾ ਕਦੇ ਖਾਲੀ ਨਾ ਹੋਵੇ। ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੀ ਝੋਲੀ ਹਮੇਸ਼ਾ ਭਰੀ। ਤੂੰ ਤਮਾਮ ਨੇਕੀਆਂ ਖੂਬੀਆਂ ਦਾ ਮਾਲਕ ਹੈ। ਜਾਂ ਮੇਰੇ ਖੁਦਾ ਮੈਂ ਕਦੇ ਮਹਿਰੂਮ ਨਾ ਹੋਵਾਂ, ਕਦੇ ਇਹ ਚੀਜ਼ਾਂ ਮੇਰੇ ਕੋਲੋਂ ਘਟਣ ਨਾ। ਜਦੋਂ ਇੱਦਾਂ ਦੀਆਂ ਦੁਆਵਾਂ ਉਹ ਕਰ ਰਿਹਾ ਸੀ, ਉਹ ਜਿਹੜਾ ਮੰਗਤਾ ਸੀ ਉਹ ਵਾਪਸ ਮੁੜ ਗਿਆ। ਥੋੜ੍ਹਾ ਜਿਹਾ ਵਾਪਸ ਮੁੜਿਆ, ਦਰਵਾਜ਼ੇ 'ਚੋਂ ਬਾਹਰ ਨਿਕਲ ਗਿਆ। ਮਹਿਲ ਕਿਹੜਾ ਛੋਟੇ ਹੁੰਦੇ, ਵੱਡੇ ਵੱਡੇ ਮਹਿਲ ਤੁਸੀਂ ਦੇਖਿਓ ਕਦੇ ਮਹਿਲਾਂ ਨੂੰ, ਦੂਰ ਤੱਕ ਬਾਉਂਡਰੀ ਹੁੰਦੀ ਰਾਜੇ ਦੇ ਮਹਿਲ ਕਿਹੜਾ। ਕਦੇ ਪੁਰਾਣੇ ਕਿਲ੍ਹੇ ਦੇਖਿਓ ਜਾ ਕੇ। ਅਤੇ ਇਤਨੇ ਨੂੰ ਬਾਦਸ਼ਾਹ ਆਪਣੀ ਦੁਆ ਕਰਕੇ ਉੱਠਿਆ ਅਤੇ ਉਹਨੇ ਸੇਵਾਦਾਰ ਨੂੰ ਪੁੱਛਿਆ, ਨੌਕਰ ਨੂੰ, ਵੀ ਕੋਈ ਆਇਆ ਤਾਂ ਨਹੀਂ। ਉਹ ਕਹਿੰਦਾ ਜੀ ਇੱਕ ਬੰਦਾ ਆਇਆ ਸੀ। ਕਿੱਥੇ ਆਇਆ? ਕਹਿੰਦਾ ਜੀ ਉਹ ਤਾਂ ਮੁੜ ਗਿਆ। ਕਿਉਂ? ਕਹਿੰਦੇ ਜੀ ਪਤਾ ਨਹੀਂ, ਲਿਆਓ ਉਹਨੂੰ ਬੁਲਾ ਕੇ। ਮੁੜ ਕੇ ਗਿਆ, ਬੁਲਾ ਕੇ ਲਿਆਂਦਾ। ਉਹ ਕਹਿੰਦਾ ਉਹ ਵਾਪਸ ਕਾਹਤੋਂ ਚੱਲ ਗਿਆ, ਕੀ ਕਰਨ ਆਇਆ ਸੀ ਪਹਿਲਾਂ ਤਾਂ ਇਹ ਦੱਸ। ਉਹ ਕਹਿੰਦਾ ਜੀ ਮੈਂ ਸੀ ਲੋੜਵੰਦ, ਮੈਂ ਤੁਹਾਡੇ ਕੋਲੋਂ ਕੁਝ ਮੰਗਣ ਆਇਆ ਸੀ। ਫਿਰ ਦੱਸ ਮੰਗ ਕੀ ਮੰਗਣਾ ਅਤੇ ਮੁੜ ਕਿਉਂ ਗਿਆ? ਕਹਿੰਦਾ ਜੀ ਹੁਣ ਨਹੀਂ ਮੰਗਣਾ ਤੁਹਾਡੇ ਤੋਂ। ਕਹਿੰਦਾ ਕਿਉਂ? ਕਹਿੰਦਾ ਜਦੋਂ ਮੈਂ ਆ ਕੇ ਵੇਖਿਆ ਤੂੰ ਬਾਦਸ਼ਾਹ ਤੂੰ ਸੀ ਅਤੇ ਆਪ ਮੰਗ ਰਹੇ ਸੀ ਕਿਸੇ ਤੋਂ, ਅਤੇ ਮੇਰੇ ਮਨ 'ਚ ਆਈ ਵੀ ਇੱਥੇ ਆਪ ਵਿਚਾਰਾ ਮੰਗਤਾ, ਇਹ ਤੋਂ ਕੀ ਮੰਗਣਾ। ਜਿਹਦੇ ਕੋਲੋਂ ਬਾਦਸ਼ਾਹ ਮੰਗਦਾ ਕਿਉਂ ਨਾ ਮੈਂ ਵੀ ਉਸੇ ਤੋਂ ਮੰਗ ਲਾਂ। ਬਾਦਸ਼ਾਹ ਜਿਹਦੇ ਕੋਲੋਂ ਮੰਗਦਾ ਹੈ, ਝੂਲੀਆਂ ਅੱਡ ਰਿਹਾ, ਜਿਹਦੇ ਅੱਗੇ ਬੁੱਕ ਅੱਡ ਖੜ੍ਹਾ ਹੈ, ਉਹ ਅਦ੍ਰਿਸ਼ ਸ਼ਕਤੀ ਦ੍ਰਿਸ਼ਟਮਾਨ ਤੋਂ ਨੂੰ ਬਣਾਉਣ ਵਾਲੀ, ਮੈਂ ਵੀ ਕਿਉਂ ਨਾ ਉਹਦੇ ਕੋਲੋਂ ਮੰਗ ਲਵਾਂ। ਅਤੇ ਇਸ ਲਈ ਬਾਦਸ਼ਾਹ ਮੈਂ ਵਾਪਸ ਚਲਾ ਗਿਆ, ਕਿਉਂਕਿ ਇਹ ਹੁਣ ਇੱਕ ਦ੍ਰਿਸ਼ਟਾਂਤ ਮਾਤਰ ਹੈ। ਜਿਹਦੇ ਕੋਲ ਵੀ ਤੁਸੀਂ ਕਹੋਗੇ ਕੋਈ ਬੇਦਨ, ਉਹ ਵਿਚਾਰਾ ਆਪ ਦੁਖੀ ਹੈ, ਉਹ ਆਪ ਮੰਗਤਾ ਹੈ। ਦੇਖਣ ਨੂੰ ਲੱਗੇਗਾ ਸੋਹਣੇ ਕੱਪੜੇ ਹੈ, ਵੱਡਾ ਘਰ ਵੀ ਹੋ ਸਕਦਾ ਹੈ, 4 ਛਿੱਲੜ ਵੀ ਪੱਲੇ ਹੋ ਸਕਦੇ ਹੈ, ਪਰ ਇਹ ਜ਼ਰੂਰੀ ਨਹੀਂ ਤੁਹਾਡੇ ਅੰਦਰ ਦੀ ਪੀੜਾ, ਕਿਸੇ ਅਭਿਆਸੀ ਦੀ ਗੁਰਮੁਖ ਦੀ ਪੀੜਾ ਨੂੰ, ਅੰਦਰ ਦੀ ਵੇਦਨਾ ਨੂੰ ਜਾਣ ਲਏ। ਉਹ ਪ੍ਰਭ ਮਿਲਵੇ ਕੀ ਚਾਹ, ਇਹ ਚਾਹਨਾ ਨੂੰ ਜਾਣ ਲਏ। ਨਾ ਨਾ ਨਾ, ਇਹ ਨਹੀਂ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਹਰ ਕਿਸੇ ਦੇ ਕੋਲ ਇਹ ਖੋਲ੍ਹ ਕੇ ਨਾ ਬਹਿ ਜੋ ਗੰਢ ਗਠੜੀ। ਕਬੀਰ ਜੀ ਤਾਂ ਕਹਿੰਦੇ, ਕਬੀਰਾ ਰਾਮ ਪਦਾਰਥ ਪਾਏਗਾ, ਕਬੀਰਾ ਗਾਂਠ ਨਾ ਖੋਲ। ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਬੀਰ ਜੀ ਕਹਿੰਦੇ ਇੰਨਾ ਕੀਮਤੀ ਪਦਾਰਥ ਹੈ, ਗੰਢਾ ਨਾ ਖੋਲ੍ਹਦਾ ਫਿਰੀ ਜਣੇ ਖਣੇ ਦੇ ਕੋਲ। ਕਿਤੇ ਹਰ ਕਿਸੇ ਨੂੰ ਪੁੱਛਦਾ ਫਿਰੇ ਵੀ ਕੋਈ ਦੱਸ ਦਿਓ ਸਿਮਰਨ ਕਿਵੇਂ ਹੁੰਦਾ ਹੈ, ਕੋਈ ਦੱਸ ਦਿਓ ਜੁਗਤੀ, ਕੋਈ ਭਜਨ ਦਾ ਕੋਈ ਰਸ ਕਿਵੇਂ ਆਉਂਦਾ। ਉਹਨੂੰ ਕੀ ਪਤਾ ਹੈ? ਉਹ ਕਦੇ ਸਿਮਰਨ, ਉਹ ਤਾਂ ਮੁਨਕਰ ਹੋਇਆ ਬੈਠਾ, ਉਹ ਤਾਂ ਇਹ ਕਹੀ ਜਾਂਦਾ ਵੀ ਸਿਮਰਨ ਕਰਨ ਦੀ ਲੋੜ ਹੀ ਨਹੀਂ, ਕੋਈ ਸਿਮਰਨ ਨਹੀਂ ਹੁੰਦਾ। ਤੂੰ ਉਹਨੂੰ ਪੁੱਛਦਾ ਸਿਮਰਨ ਕਿਵੇਂ ਕਰੀਦਾ? ਦੇਖੀ ਕਿਤੇ ਮਹਾਰਾਜ ਜੀ ਕਹਿੰਦੇ ਕਹੋ ਬੇਦਨ ਕਾਹੇ, ਕਿਹਨੂੰ ਕਹਾ। ਫਿਰ ਮਹਾਰਾਜ ਨੇ ਦੱਸਿਆ ਵੀ ਆ ਬਾਣੀ ਵਿੱਚ,
ਮਹਾਰਾਜ ਕਹਿੰਦੇ ਕਹਿੰਦੇ ਭਾਈ ਬਿਰਲੇ ਵਿਰਲੇ ਗੁਰਮੁਖ ਜਨ ਹਨ, ਅਭਿਆਸੀ ਹਨ, ਬਹੁਤ ਵਿਰਲੇ ਹਨ, ਥੋੜ੍ਹੇ ਨਾ ਹੀ ਕਣੇ, ਜਿਨ੍ਹਾਂ ਦੀ ਸੰਗਤ ਦੇ ਵਿੱਚ ਇਹ ਰੰਗ ਲੱਗਦਾ, ਜਿਨ੍ਹਾਂ ਦੀ ਸੰਗਤ ਵਿੱਚ ਕੋਲ ਰਿਹਾ ਹੀ ਨਾਮ ਜਪਣ ਲਈ ਉਤਸ਼ਾਹ ਪੈਦਾ ਹੋਣ ਲੱਗ ਜਾਂਦਾ ਆਪਣੇ ਆਪ ਅੰਦਰ। ਉਮਕਿਓ ਹੀ ਉਹ ਮਿਲਣ ਪ੍ਰਭਤਾਈ, ਅੰਦਰੋਂ ਉਹਨਾਂ ਨੂੰ ਵੇਖ ਕੇ ਇਉਂ ਲੱਗਦਾ ਵੀ ਮੈਂ ਵੀ ਕੁਝ ਕਰਾਂ। ਥੋੜ੍ਹਾ ਜਿਹਾ ਕਰੀਏ ਬਹੁਤਾ ਮਿਲ ਜਾਂਦਾ, ਉਹਨੂੰ ਇਹ ਸਾਧੂ ਕਿਹਾ ਜਾਂਦਾ, ਉਹਨੂੰ ਇਹ ਸੰਤ ਕਿਹਾ ਜਾਂਦਾ। ਅਤੇ ਮਹਾਰਾਜ ਜੀ ਕਹਿੰਦੇ ਮੈਂ ਵੇਦਨਾ ਕਿਹਨੂੰ ਕਹਾਂ, ਆਨ ਉਪਾਵ ਸਾਗਰ ਕੀਏ, ਨਹਿ ਦੁਖ ਸਕਹਿ ਲਾਹੇ। ਆਨ ਉਪਾਵ ਸਾਗਰ ਕੀਏ, ਕਹਿੰਦੇ ਹੋਰ ਜਿੰਨੇ ਵੀ ਉਪਾਅ ਹਨ ਕੀਤੇ ਹੈ, ਇਹ ਨਹੀਂ ਕਿ ਨਹੀਂ ਕੀਤੇ, ਪਰ ਜਿੰਨੇ ਵੀ ਉਪਾਅ ਹਨ ਉਹਨਾਂ ਉਪਾਵਾਂ ਦੇ ਨਾਲ ਦੁੱਖ ਨਹੀਂ ਜੀ ਲੱਥਦਾ ਹੈ। ਕਿਹੜਾ? ਮਨ ਘਨੈ ਭ੍ਰਮੈ ਬਨੈ, ਉਮਕਤ ਰਸ ਚਾਲੈ। ਆਹ ਸਭ ਤੋਂ ਵੱਡਾ ਦੁੱਖ ਹੈ, ਤਿੰਨਾਂ ਗੁਣਾਂ ਦਾ ਦੁੱਖ ਹੈ ਵੀ ਉਧਰ ਮਨ ਨੂੰ ਮੋਹੀ ਜਾਂਦਾ ਆ ਉਹ ਤਿੰਨੇ ਗੁਣ, ਅਤੇ ਮਨ ਭਟਕੀ ਜਾਂਦਾ, ਪਦਾਰਥਾਂ ਵੱਲ ਨੂੰ ਭਟਕੀ ਜਾਂਦਾ। ਇਹ ਬਹੁਤ ਵੱਡਾ ਦੁੱਖ ਹੈ। ਆਨ ਉਪਾਵ ਸਾਗਰ ਕੀਏ, ਹੋਰ ਸਾਰਾ ਕੁਝ ਕਰ ਕਰ ਵੇਖ ਲਿਆ। ਬਾਣੀ 'ਚ ਜਦੋਂ ਪੜ੍ਹਦੇ ਹਾਂ ਭੱਟਾਂ ਦੀ ਬਾਣੀ, ਅਤੇ ਭੱਟ ਇਹ ਗੱਲ ਕਹਿੰਦੇ ਆ ਮਹਾਰਾਜ ਜੀ ਕੋਲ ਆਉਂਦੇ ਆ ਜਦੋਂ, ਕਹਿੰਦੇ ਰਹੀ ਸੰਤ ਹਾਂ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਇਹ ਤਪੱਸੀ ਹੈ, ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨਹਿ ਪਰਚੋ ਲਾਇਓ, कहते हो कहती सुनी रहत को खुशी ना आयो, हर नाम छोड़ दूजे लगे तिनके गुण हों क्या कहों, गुरदइये मिलाए भिख्या जिव तू रखै तिव रहों। भट्ट कहते महाराज भट्ट भिखा जी कहते ने 1 साल भटकते रहे भट्ट, कदे किसे कदे किसे कदे किसे कदे किसे, भी कोई इस तरह का होवे जिहड़ा कोई अंदर दी वेदना जान लवे। बड़े कहते संतां कोल घुमे, साधां कोल घुमे, रही संत हों टोल साध बहुत तेरे डिठे, बहुत बहुत तेरे, तोड़ के नहीं करना, बहुत तेरे, फिर अर्थ होर बन जाएगा भी तेरे साध। ना ना ना, वो हर के संत ना कि रब दे साध नहीं हो सकते जिहड़े मुखों मिठे होण ना, जिन्होंने फिर महाराज ने आख्या रब नूं छड्ड के दूजे पासे लगे, वो नहीं, बहुत तेरे, बहुत ही ज़्यादा इकट्ठा ही है पाठ है शब्द। कहते साध बहुत तेरे डिठे, बहुते वेखे आ साध। आहा हा, सन्यासी सन्यासी तपसी है, मुखों ये पंडित मिठे। सन्यासी सन्यासी की उपाधि बहुत वड्डी हुंदी है, शास्त्रां 'च लिखी हुई है। जिहड़ा सन्यासी बन गया ना, सन्यासी सन्यासी दे अगे ब्राह्मण भी झुकूगा। ब्राह्मण भी जदों कितों सन्यासी आ गया, भावें किसी जात का भी सन्यासी होवे, ब्राह्मण नूं भी शास्त्रां दे विच ये हुक्म है कि सन्यासी नूं देख के तू खड़ा होना है, खड़ा होना है, लिखिया है ग्रंथां 'च। क्यों? ਵੱਡੇ ਨੂੰ ਵੇਖ ਕੇ ਪ੍ਰਾਣ ਊਰਦਗਾਮੀ ਹੁੰਦੇ ਉੱਤੇ ਨੂੰ ਉੱਠਦੇ ਆ, ਅਤੇ ਜੇ ਵੱਡੇ ਨੂੰ ਵੇਖ ਕੇ ਉੱਤੇ ਉੱਠੋਗੇ ਤੁਸੀਂ ਆਤਮਿਕ ਤੌਰ 'ਤੇ ਉੱਚੇ ਹੋਵੋਗੇ। सन्यासी भी पूरा होना चाहिए वैसे उंज, पर सन्यासी की निशानी उन्होंने दसी है कि सन्यासी है जिहड़ा धन नूं ग्रहण ही ना करे, श्रवण इत्यादक सुनने इत्यादक नूं ग्रहण ना करे। तो जेकर किते सन्यासी हथ ला लवे पैसे नूं, सन्यासी बारे ग्रंथां 'च लिखिया भी 4 सागर की दूजी तरंग विच आउंदा उहदा जिक्र सन्यासी का, सन्यासी किदां दे हुंदे आ। सन्यासी जेकर हथ ला लवे धन नूं ते 3 दिन भुखा रहिंदा, फिर वरत रखदा। प्राश्चित कर्म कहंदे आ जिहनूं, 2 तरह के कर्मां चों विहित ते अविहित कर्म है। अविहित कर्म जी तो रोकिया शास्त्र ने, वो काम कर लवे सन्यासी ते 3 दिन प्राश्चित कर्म करदा है, कुछ नहीं खांदा पींदा, फिर जाके किते। अगर सन्यासी भी है हथ भी नहीं लाउंदा सोने नूं, पंडित भी मत्थे टेकदे है, पर महाराज कहंदे सन्यासी
ਇਹ ਵੀ ਦੇਖ ਲੈ, ਕੁਛ ਨਹੀਂ ਪੱਲੇ, ਖਾਲੀ ਤੁਰੇ ਫਿਰਦੇ। ਤਪੱਸਿਆ, ਵੱਡੇ ਵੱਡੇ ਤਪੱਸਵੀ ਦੇਖੋ, ਬਹੁਤ ਤਪੱਸਿਆ ਕਰਨ ਵਾਲੇ। ਸਾਡੇ ਤਾਂ ਇੱਥੇ ਹੁਣ ਕੰਮ ਨਵਾਂ ਚੱਲ ਪਿਆ ਨਾ, ਜਦੋਂ ਕਿਤੇ ਸੇਵਾ ਦਾ ਮੌਕਾ ਹੁੰਦਾ ਸਾਡੇ ਵਾਲੇ ਬਾਬੇ ਅੰਦਰ ਵੜ ਜਾਂਦੇ, ਜਿੰਦੇ ਲਾ ਲੈਂਦੇ, ਕੁੰਡੇ ਲਾ ਲੈਂਦੇ। ਕੀ ਕਰ ਰਹੇ? ਇਹ ਜੀ ਤਪੱਸਿਆ ਕਰ ਰਹੇ ਆ। ਉਹ ਕਿਹੜੀ ਤਪੱਸਿਆ ਤੁਸੀਂ ਕਰਦੇ? ਤੁਹਾਡੀ ਤਪੱਸਿਆ ਸੰਤ ਬਾਬਾ ਜਰਨੈਲ ਸਿੰਘ ਤੋਂ ਵੀ ਤਾਂ ਹੋ ਜੂਗੀ, ਜਿਨ੍ਹਾਂ ਕੌਮ ਲਈ ਐਡਾ ਵੱਡਾ ਕਹਿ ਲਓ ਕਿ ਮੋਰਚਾ ਲਾਇਆ। ਇੰਨੀ ਕਿਹੜੀ ਤਪੱਸਿਆ ਜਿਹੜੀ ਗੁਰਸਿੱਖਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰ ਸਕਦੇ ਤੁਸੀਂ। ਅਤੇ ਇਹਨਾਂ ਤੋਂ ਬਚੋ ਸਾਧ ਸੰਗਤ। ਮਹਾਰਾਜ ਕਹਿੰਦੇ ਇੱਦਾਂ ਦੇ ਬੜੇ ਤਪੱਸਵੀ ਵੇਖੇ, ਇਹ ਮੁੱਖੋਂ ਇਹ ਪੰਡਿਤ ਮਿੱਠੇ ਮੂੰਹ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਪੰਡਿਤ ਵੀ ਵੇਖੇ। ਪਰ ਮਹਾਰਾਜ ਕਹਿੰਦੇ ਸਾਲ ਭਰ ਭਟਕਦੇ ਰਹੇ, ਕਦੇ ਕਿਤੇ ਕਦੇ ਕਿਤੇ, ਕਿਸੇ ਨੇ ਪਰਚਾ ਨਹੀਂ ਪਾਇਆ, ਮਤਲਬ ਕੋਈ ਪੂਰਾ ਹੀ ਨਹੀਂ ਉਤਰਿਆ। ਭਿੱਖਾ ਜੀ ਕਹਿੰਦੇ ਮੈਨੂੰ ਰੱਬਾ ਗੁਰੂ ਮਿਲਾ ਦੇ, ਇਹ ਗੁਰੂ ਪ੍ਰਮਾਤਮਾ ਜਿੱਦਾਂ ਤੂੰ ਰੱਖੇਂਗਾ ਮੈਂ ਉੱਦਾਂ ਰਹੂੰ, ਮੈਨੂੰ ਪੂਰਨ ਗੁਰੂ ਮਿਲੇ। ਅਤੇ ਜਦੋਂ ਪੂਰਨ ਗੁਰੂ ਦੇ ਚਰਨੀ ਆਏ ਅਤੇ ਫਿਰ ਭੰਨ ਮਥੁਰਾ ਕਛ ਭੇਦ ਨਾਹੀਂ, ਗੁਰੂ ਅਰਜਨ ਪ੍ਰਤੱਖ ਹਰ ਉਹਨਾਂ ਪੱਟਾ ਨਹੀਂ ਆਖਿਆ। ਗੁਰੂ ਅਰਜਨ ਦੇਵ ਜੀ ਰੱਬ ਰੂਪ ਹੈ, ਇੱਥੇ ਕੋਈ ਭੇਦ ਨਹੀਂ ਹੈ। ਤਾਂ ਇਸ ਲਈ ਮਹਾਰਾਜ ਜੀ ਕਹਿੰਦੇ ਆਨ ਉਪਾਵ ਸਾਗਰ ਕੀਏ, ਨਹਿ ਦੁੱਖ ਸਾਕਹਿ ਲਾਹੇ। ਇਹ ਦੁੱਖ ਜਿਹੜਾ ਅੰਦਰ ਦਾ ਇਹ ਵੇਦਨਾ, ਇਹ ਦਾ ਲਾ ਨਹੀਂ ਸਕਦੇ। ਇਹਨਾਂ ਨੂੰ ਪਤਾ ਹੀ ਨਹੀਂ ਮਨ ਦੀ ਖੇਡ ਕੀ ਹੈ। ਇਹ ਤੇ ਮਨੋਮਈ ਤੱਕ ਵੀ ਨਹੀਂ ਗਏ, ਇਹ ਤੇ ਬਾਹਰੀ ਸਰੀਰ ਨਾਲ ਜੁੜਿਆ ਜਾਂ ਸਰੀਰ ਨਾਲ ਜੁੜੀਆਂ ਹੋਈਆਂ ਬਾਹਰੀ ਚੀਜ਼ਾਂ ਨਾਲ ਜੁੜਿਆ। ਜਿੱਡਾ ਵੱਡਾ ਡੇਰਾ ਓਡਾ ਵੱਡਾ ਸੰਤ। ਆਪਣੇ ਆਪ ਨੂੰ ਆਪਣੇ ਕੱਪੜੇ ਸਮਝਦਾ, ਆਪਣੇ ਆਪ ਨੂੰ ਆਪਣੇ ਜੇਵਰ ਸਮਝਦਾ, ਆਪਣੇ ਆਪ ਨੂੰ ਆਪਣੇ ਨਾਲ ਜੁੜੀਆਂ ਚੀਜ਼ਾਂ ਨੂੰ ਸਮਝਦਾ। ਪਰ ਗੁਰੂ ਨਾਨਕ ਸਾਹਿਬ ਨੂੰ ਰਾਏ ਬੁਲਾਰ ਨੇ ਆਖਿਆ ਸੀ, ਮਹਾਰਾਜ ਕਿਰਪਾ ਕਰੋ ਮੈਨੂੰ ਗਿਆਨ ਬਖਸ਼ ਦਿਓ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਗਿਆਨ ਤੇ ਹੀ ਹੈ ਰਾਏ ਬੁਲਾਰ, ਤੂੰ ਕੀ ਆ? ਬਸ ਇਸ ਚੀਜ਼ ਨੂੰ ਜਾਣ ਵੀ ਮੈਂ ਕੀ ਹਾਂ। ਕਹਿੰਦਾ ਜੀ ਮੈਂ ਰਾਜਾ ਰਾਏ ਭੋਏ ਦੀ ਤਲਵੰਡੀ ਦਾ। ਗੁਰੂ ਮਹਾਰਾਜ ਕਹਿੰਦੇ ਆ ਛੱਡ ਕੇ ਜਾ ਰਾਜ ਨੂੰ, ਇੱਥੋਂ ਥੋੜ੍ਹਾ ਜਿਹਾ 150 ਮੀਲ ਪਰਾਂ ਜਾ, ਜਾਣਦਾ ਤੈਨੂੰ ਕੋਈ ਰਾਜੇ ਨੂੰ, ਕੋਈ ਰਾਜ ਹੈ ਤੂੰ? ਕਹਿੰਦਾ ਨਾ ਜੀ। ਫਿਰ ਕਹਿੰਦੇ ਕੀ ਹੈ ਤੂੰ ਹੁਣ ਦੱਸ? ਕਹਿੰਦਾ ਜੀ ਮੈਂ ਰਾਏ ਭੋਏ ਦੀ ਤਲਵੰਡੀ ਦਾ ਰਾਜਾ। ਤਾਂ ਚਲੋ ਮੈਂ ਮੰਨ ਗਿਆ ਵੀ ਨਹੀਂ ਜਾਣਦਾ ਕੋਈ, ਮੈਂ ਰਾਏ ਬੁਲਾ ਰਹਾ। ਗੁਰੂ ਜੀ ਕਹਿੰਦੇ ਤੇਰੇ ਸਰੀਰ ਦੇ ਕਿਹੜੇ ਅੰਗ 'ਤੇ? ਤੇਰੇ ਮੱਥੇ 'ਤੇ ਲਿਖਿਆ ਰਾਏ ਬੁਲਾਰ। ਤੇਰੇ ਮਾਪਿਆਂ ਨੇ ਨਾਂ ਰੱਖਤਾ ਤੇਰਾ ਪਹਿਚਾਣ ਦੇ ਲਈ। ਇਹ ਆਵਾਜ਼ ਮਾਰੀ ਇਹ ਪਹਿਚਾਣ ਹੋ ਜੇ। ਬਹੁਤ ਸਾਰੇ ਚੀਜ਼ਾਂ ਦੇ ਇੱਦਾਂ ਹੀ ਨਾਂ ਰੱਖੇ ਜਾਂਦੇ ਪਹਿਚਾਣ ਦੇ ਲਈ, ਚਿੰਨ੍ਹਾਂ ਦੇ ਲਈ ਵੀ। ਇਸ ਚੀਜ਼ ਨੂੰ ਬਈ ਆਹ ਕਿਹਾ ਕਰਾਂਗੇ, ਇਸ ਚੀਜ਼ ਨੂੰ ਆਹ ਕਿਹਾ ਕਰਾਂਗੇ, ਇਸ ਚੀਜ਼ ਨੂੰ ਆਹ ਕਿਹਾ ਕਰਾਂਗੇ। ਕੋਈ ਉਹਦੇ ਉੱਤੇ ਤਾਂ ਨਹੀਂ ਲਿਖਿਆ ਹੁੰਦਾ। ਆਹ ਹੁਣ ਅੱਜ ਦੇ ਟਾਈਮ 'ਚ ਮਸ਼ਹੂਰ ਜਿਹੜੀ ਚੀਜ਼ ਸਾਰਿਆਂ ਨਾਲੋਂ ਵੱਧ ਜਿਹਨੂੰ ਲੋਕ ਜਪਦੇ, ਚੈਨਲਾਂ ਵਾਲੇ ਕਰੋਨਾ ਕਰੋਨਾ ਕਰਦੇ, ਉਹਦੇ ਕਿਹੜਾ ਮਾਪਿਆਂ ਨੇ ਰੱਖਿਆ ਨਾਂ ਉਹਦਾ, ਜਾਂ ਉਹ 'ਤੇ ਲਿਖਿਆ ਹੋਇਆ ਵੀ ਮੈਂ ਕਰੋਨਾ ਰੱਖ ਲਿਆ ਉਹਦਾ ਨਾਂ। ਕਹਿੰਦੇ ਉਹਦੀ ਸ਼ਕਲ ਬਸ ਤਾਜ ਵਰਗੀ ਆ, ਬਸ ਉਹ ਤਾਂ ਰੱਖਤਾ ਨਾਊਨ ਹੈ। ਅਤੇ ਉਹ ਜਿਹੜਾ ਅਸਲ ਚੀਜ਼ ਆ ਉਹ 'ਤੇ ਪਕੜ 'ਚ ਨਹੀਂ ਨਾ ਆ ਰਹੀ ਵੀ ਉਹ ਕੀ ਹੈ। ਇੱਦਾਂ ਹੀ ਸਾਡਾ ਸਰੀਰ ਦਾ ਨਾਂ ਰੱਖਤਾ ਮਾਪਿਆਂ ਨੇ ਵੀ ਆਹ ਸਿਉਂ ਹੈ ਫਲਾਣਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਰਾਏ ਬੁਲਾਰ ਨੂੰ, ਰਾਏ ਬੁਲਾਰ ਤੇਰੇ ਸਰੀਰ ਦੇ ਕਿਹੜੇ ਅੰਗ 'ਤੇ ਲਿਖਿਆ ਰਾਏ ਬੁਲਾਰ? ਤੂੰ ਰਾਏ ਬੁਲਾਰ। ਕਹਿੰਦਾ ਜੀ ਅੱਛਾ ਫਿਰ ਮੈਂ। ਮਹਾਰਾਜ ਕਹਿੰਦੇ ਹੁਣ ਦੱਸ ਕੀ ਹੈ? ਕਹਿੰਦਾ ਜੀ ਫਿਰ ਮੈਂ ਸਰੀਰ, ਆ ਸਰੀਰ ਹਾਂ ਮੈਂ। ਗੁਰੂ ਜੀ ਕਹਿੰਦੇ ਸਰੀਰ ਦਾ ਕਿਹੜਾ ਅੰਗ ਹੈ ਤੂੰ? ਇਹ ਵੀ ਦੱਸ ਦੇ। ਹੱਥ ਹੈ ਤੂੰ? ਕਹਿੰਦਾ ਜੀ ਹੱਥ ਹੋ ਸਕਦਾ। ਮਹਾਰਾਜ ਕਹਿੰਦੇ ਦੱਸ ਤੂੰ, ਜੇ ਤੂੰ ਹੱਥ ਹੋਵੇਂ ਕਿੰਨੇ ਬੰਦੇ ਜਿਨ੍ਹਾਂ ਦੇ ਹੱਥ ਨਹੀਂ ਤੈਨੂੰ ਦਿਖਾਵਾਂ ਇੱਥੇ, ਹੱਥ ਤੋਂ ਬਿਨਾਂ ਜਿਉਂਦੇ ਨੇ। ਜੇ ਬੰਦਾ ਹੱਥ ਹੋਵੇ ਅਤੇ ਹੱਥਾਂ ਤੋਂ ਬਿਨਾਂ ਕਾਹਨੂੰ ਜਿਵੇਂ? ਜੇ ਬੰਦਾ ਪੈਰ ਹੋਵੇ ਅਤੇ ਪੈਰਾਂ ਤੋਂ ਬਿਨਾਂ ਕਾਹਨੂੰ ਜਿੰਦਾ ਰਹੇ? ਬਥੇਰੇ ਬੰਦੇ ਜਿਹੜੇ ਪੈਰਾਂ ਤੋਂ ਬਿਨਾਂ ਜਿੰਦਾ। ਜੇ ਬੰਦਾ ਅੱਖਾਂ ਹੋਵੇ ਅਤੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਅੱਖਾਂ ਹੈ ਨਹੀਂ, ਅੱਖਾਂ ਤੋਂ ਬਿਨਾਂ ਹੀ ਜਿਉਂਦੇ ਆ। ਜੀਭ ਤੋਂ ਬਿਨਾਂ ਜਿਉਂਦੇ ਆ, ਕੰਨਾਂ ਤੋਂ ਬਿਨਾਂ
ਅੰਦਰ ਸਰੋਤ ਨਹੀਂ ਹੈ, ਜਿਉਂਦੇ ਹੈ। ਫਿਰ ਜਦੋਂ ਮਹਾਰਾਜ ਨੇ ਇਹ ਗੱਲ ਦੱਸੀ, ਰਾਏ ਬੁਲਾਰ ਇੱਕਦਮ ਹੈਰਾਨ ਜਿਹਾ ਹੋ ਗਿਆ। ਕਹਿੰਦਾ ਮਹਾਰਾਜ ਫਿਰ ਜਦ ਮੈਂ ਰਾਜ ਨਹੀਂ, ਜਦ ਮੈਂ ਰਾਜਾ ਨਹੀਂ, ਜਦ ਮੈਂ ਰਾਏ ਬੁਲਾਰ ਨਹੀਂ, ਜਦ ਮੈਂ ਹੱਥ ਪੈਰ ਸਰੀਰ ਨਹੀਂ, ਫਿਰ ਮੈਂ ਕੀ ਹਾਂ? ਮੈਂ ਮਨ ਹਾਂ? ਕਹਿੰਦੇ ਦੇਖ ਲੈ ਤੂੰ ਮਨ ਹੈ? ਕਹਿੰਦਾ ਜੀ ਮਨ ਤੇ ਮੇਰਾ ਭਟਕਦਾ ਬੜਾ, ਕਦੇ ਕਿਧਰੇ ਕਦੇ ਕਿਧਰੇ। ਮਹਾਰਾਜ ਕਹਿੰਦੇ ਫਿਰ ਉਹ ਕਿਹੜੀ ਚੀਜ਼ ਹੈ ਜਿਹੜੀ ਮਨ ਨੂੰ ਕਹਿੰਦੀ ਆ ਮਨ ਮੇਰਾ ਭਟਕਦਾ ਹੈ? ਉਹ ਕਿਹੜੀ ਚੀਜ਼ ਹੈ ਜਿਹੜੀ ਕਹਿੰਦੀ ਮਨ ਮੇਰਾ ਉਹ ਉੱਥੇ ਚਲਾ ਗਿਆ? ਦੁਬਾਰਾ ਦੱਸੋ ਜੀ। ਮੇਰਾ ਮਨ ਇੱਥੇ ਨਹੀਂ ਸੀ। ਉਹ ਕਿਹੜੀ ਹੈ ਜਿਹੜੀ ਸ਼ੈ ਮਨ ਨੂੰ ਵੀ ਦੇਖਦੀ ਹੈ, ਮਨ ਦੀ ਵੀ ਸਾਖਸ਼ੀ ਹੈ? ਉਹ ਕੌਣ ਹੈ ਜਿਹੜਾ ਤੇਰੀਆਂ ਤਿੰਨੇ ਅਵਸਥਾਵਾਂ ਨੂੰ ਵੇਖਦਾ ਹੈ? ਜਾਗਰਤ, ਸੁਪਨ, ਸੁਖੋਪਤੀ ਦੇ ਵਿੱਚ ਜਿਹੜਾ ਸਾਖਸ਼ੀ ਹੋਇਆ ਰਹਿੰਦਾ। ਜਾਗਦਿਆਂ ਵੀ ਜਿਹਨੂੰ ਪਤਾ ਰਹਿੰਦਾ, ਸੁੱਤਿਆਂ ਵੀ ਜਿਹੜਾ ਸੁਪਨਾ ਦੇਖ ਕੇ ਉੱਠਣ ਤੋਂ ਬਾਅਦ ਵੀ ਕਹਿੰਦਾ ਆਹ ਸੁਪਨਾ ਆਇਆ ਰਾਤੀ, ਦੇਖਦਾ ਖੜਾ ਹੋ ਕੇ। ਸੁਪਨੇ 'ਚ ਤੂੰ ਤਾਂ ਡੁੱਬ ਰਿਹਾ ਸੀ, ਕਿਹੜਾ ਖੜਾ ਸੀ ਕਿਨਾਰੇ ਦੇ ਉੱਤੇ ਜਿਹੜਾ ਦੇਖ ਰਿਹਾ ਸੀ ਵੀ ਉਹ ਡੁੱਬ ਰਿਹਾ? ਉਹ ਸੂਖਸ਼ਮ ਸਰੀਰ ਨੂੰ। ਉਹ ਕੌਣ ਸੀ ਜਿਹੜਾ ਅੰਦਰ ਸੂਖਸ਼ਮ ਸਰੀਰ ਵੀ ਜਿੱਥੇ ਨਹੀਂ ਸੁਖੋਪਤ ਅਵਸਥਾ 'ਚ, ਜਿੱਥੇ ਅਗਿਆਨਤਾ ਅਵਿਦਿਆ ਦੇ ਵਿੱਚ ਕਾਰਨ ਸਰੀਰ ਲੀਨ ਹੋ ਜਾਂਦਾ ਹੈ, ਉਹ ਕੌਣ ਹੈ ਜਿਹੜਾ ਉਹਨੂੰ ਵੀ ਉੱਠਦਿਆਂ ਸਾਰ ਕਹਿੰਦਾ ਹੈ ਬੜੀ ਗਹਿਰੀ ਬੜੀ ਆਨੰਦਮਈ ਨੀਂਦ ਆਈ? ਉਹ ਕੌਣ ਹੈ ਬਈ? ਸੁਪਨ, ਸੁਖੋਪਤ, ਜਾਗਰਤ ਤਿੰਨਾਂ ਦਾ ਵੀ ਸਾਖੀ ਹੈ। ਜਿਹੜੇ ਸਰੀਰ ਹੈ, ਆ ਜਿਹੜਾ ਸਥੂਲ ਸਰੀਰ ਹੈ, ਜਿਹੜਾ ਅੰਦਰ ਸੂਖਸ਼ਮ ਸਰੀਰ ਹੈ 17 ਤੱਤਾਂ ਦਾ, ਜਾਂ ਉਹਦਾ ਵੀ ਕਾਰਨ ਅਵਿਦਿਆ ਰੂਪ ਹੈ, ਉਹਨਾਂ ਨੂੰ ਵੀ ਜਿਹੜਾ ਦੇਖਦਾ ਉਹ ਕੌਣ ਹੈ? ਉਹ ਤੇਰਾ ਅਸਲੀ ਰੂਪ ਹੈ, ਉਹਨੂੰ ਜਾਣ ਤੂੰ। ਫਿਰ ਡਿੱਗ ਪਿਆ ਮਹਾਰਾਜ ਦੇ ਚਰਨਾਂ 'ਚ ਰਾਏ ਬੁਲਾਰ। ਮਹਾਰਾਜ ਜੀ ਇਹਨਾਂ 'ਤੇ ਮੈਂ ਕਦੇ ਸੋਚਿਆ ਹੀ ਨਹੀਂ, ਮੈਂ ਤਾਂ ਆਪਣੇ ਆਪ ਨੂੰ ਬਸ ਸਰੀਰ ਮੰਨੀ ਗਿਆ। ਮਹਾਰਾਜ ਕਹਿੰਦੇ ਉਹਦੇ ਉੱਤੇ ਕੰਮ ਕਰਨਾ ਪਏਗਾ। ਅੰਨਮਈ ਕੋਸ਼ ਹੈ ਅਤੇ ਬਾਹਰਲਾ ਸਰੀਰ ਹੈ, ਅਨਾਜ ਨਾਲ ਚੱਲਦਾ, ਅੰਨ ਨਾਲ ਬਣਦਾ ਹੈ, ਅੰਨ ਦਾ ਹੀ ਆ ਖੇਡ। ਇਹ ਅੰਨ ਹੀ ਆ, ਹੋਰ ਕੀ ਹੈ? ਤੁਸੀਂ ਦੇਖੋ ਨਿੱਕਾ ਜਿਹਾ ਬੱਚਾ, ਉਹਨੂੰ ਦੁੱਧ ਪਿਲਾ 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 ਵੱਡਾ ਹੁੰਦਾ। ਦੁੱਧ ਪਹਿਲੇ ਪਿਆਰ ਲੱਗਾ, ਥਣ ਦੁੱਧ, ਵਾਸਤਵਿਕ ਰੂਪ ਦੇ ਵਿੱਚ ਦੁੱਧ ਆ, ਉਹ ਰੂਪ ਬਦਲ ਗਿਆ। ਵਿਕਾਰ ਹੈ ਦੁੱਧ ਦਾ, ਵਿਕਾਰ ਜਾਣੀ ਰੂਪ ਬਦਲਿਆ ਹੋਇਆ। ਇਹ ਸ਼ਾਸਤਰੀ ਭਾਸ਼ਾ ਦਾ ਸ਼ਬਦ ਹੈ ਵਿਕਾਰ ਹੈ, ਜਿਹੜਾ ਤੁਹਾਡੇ ਅਨੁਸਾਰ ਇਹ ਵਿਕਾਰ ਦੂਜੇ ਕਾਮ ਕ੍ਰੋਧ ਇਤਿਆਦਿਕ ਇੱਧਰ ਲੱਗ ਸਕਦੇ, ਪਰ ਰੂਪ ਬਦਲ ਗਿਆ। ਅਨਾਜ ਭੋਜਨ ਅਸੀਂ ਛਕਦੇ ਖਾਂਦੇ ਪੀਂਦੇ, ਸਾਡੇ ਸਰੀਰ ਨੂੰ ਲੱਗਦਾ ਇਹੀ ਕੁਛ ਹੈ। ਇਹ ਅੰਨਮੈ ਕੋਸ਼, ਅੰਨਮਈ ਸਰੀਰ ਹੈ ਇਹ। ਪਰ ਇਹਨਾਂ ਤੋਂ ਅੱਗੇ ਅੰਨਮੈ, ਪ੍ਰਾਣਮੈ, ਮਨੋਮੈ, ਵਿਗਿਆਨਮੈ, ਆਨੰਦਮੈ। ਯੋਗ ਮੱਤ ਵਾਲਿਆਂ ਨੇ 5 ਸਰੀਰ ਮੰਨੇ ਹੈ, ਜਾਣੀ ਆਤਮਾ ਦੇ ਉੱਤੇ 5 ਕੱਪੜੇ ਲਪੇਟੇ ਹੋਏ ਆ। ਸਭ ਤੋਂ ਮੋਟਾ ਬਾਹਰ ਲਿਆ ਸਰੀਰ ਸਥੂਲ 'ਤੇ ਹੀ। ਇਹਨਾਂ 5 ਤੋਂ ਅੱਗੇ ਜਿਹੜਾ ਹੈ ਉਹਨੂੰ ਖੋਜਣਾ, ਇਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਆਖਿਆ। ਹੁਣ ਇੱਥੇ ਸਮਝਾ ਰਹੇ ਨੇ, ਕਹਿੰਦੇ ਆਨ ਉਪਾਵ ਸਗਰ ਕੀਏ, ਨਹਿ ਦੁੱਖ ਸਕਹਿ ਲਾਹੇ। ਬਥੇਰੇ ਉਪਾਅ ਕੀਤੇ ਪਰ ਆ ਦੁੱਖ ਨਹੀਂ ਕੱਟੇ ਜਾਂਦੇ ਮੇਰੇ। ਜਿਹੜਾ ਕਿਹੜਾ ਦੁੱਖ? ਦੁੱਖ ਕਿਹੜਾ ਇੱਕ ਹੈ? ਕਈ ਦੁੱਖ ਨੇ। ਇੱਕ ਦੁੱਖ ਭੂਖ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ। ਆਹਾ, ਇੱਕ ਦੁੱਖ ਹੈ ਕਿਤੇ। ਇਹ ਜਿੰਨਾ ਚਿਰ ਹਉਮੈ ਅੰਦਰ ਹੰਗਤਾ ਪਈ ਹੈ, ਤ੍ਰੈਗੁਣੀ ਤੁਰਿਆ ਫਿਰਦਾ ਬੰਦਾ, ਕਦੇ ਥੱਲੇ ਕਦੇ ਉੱਤੇ ਚੜ੍ਹਿਆ ਜਾਂਦਾ ਹੈ। ਜਦੋਂ ਥੱਲੇ ਆ ਉਦੋਂ ਰਜੋ ਤਮੋ 'ਚ ਹੈ, ਜਦੋਂ ਉੱਤੇ ਆ ਉਦੋਂ ਸਤੋ ਗੁਣੀ ਹੈ। ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀੜਾ, ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਬਾਲੇ। ਭਟਕਦਾ ਫਿਰਦਾ। ਅਤੇ ਮਹਾਰਾਜ ਜੀ, ਸਤਿਗੁਰੂ ਜੀ, ਇਹ ਦੁੱਖ ਮੇਰੇ ਲਾ ਨਹੀਂ ਸਕਦੇ। ਜੰਮਣ ਮਰਨ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਰੋਗਾਂ ਦਾ ਦੁੱਖ ਹੈ, ਕਿੰਨੇ ਹੈ। ਖਟ ਵਿਕਾਰ ਨੇ ਸਰੀਰ ਦੇ, ਖਟ ਨੇਮ ਕਰ ਕੋਠੜੀ ਸਾਜੀ। ਕਬੀਰ ਜੀ ਕਹਿੰਦੇ ਆ, ਕਹਿੰਦੇ ਇਹ ਇੰਨੇ ਦੁੱਖ ਲੱਗੇ ਹੋਏ ਹਨ, ਕੋਈ ਲਾ ਨਹੀਂ ਸਕਦਾ। ਕੀ ਕਰਾਂ ਮੈਂ? ਕੋਈ ਰਾਹ? ਗੁਰੂ ਜੀ ਹੁਣ ਦੱਸ ਰਹੇ, ਕਹਿੰਦੇ ਭਜ ਸਰਨ ਸਾਧੂ ਨਾਨਕਾ। ਗੁਰੂ ਅਰਜਨ ਦੇਵ ਜੀ ਕਹਿੰਦੇ ਇਹਦੇ ਲਈ ਸੌਖਾ ਕੰਮ ਇਹ ਹੈ ਵੀ ਸਾਧਨਾ ਵਾਲਿਆਂ ਦੀ ਸ਼ਰਨ ਵਿੱਚ ਆ ਜਾ, ਉਹਨਾਂ ਦੀ ਸੰਗਤ ਕਰ ਲੈ। ਸਵੇਰ ਉੱਠਣ ਤੋਂ ਪਹਿਲਾਂ
20-25 ਗਾਲਾਂ ਕੱਢ ਕੇ ਉੱਠਦਾ ਹੈ। ਗੁਰਮੁਖਾਂ ਨੂੰ, ਨਾਮ ਜਪਣ ਵਾਲਿਆਂ ਨੂੰ ਚਾਹ ਦਾ ਕੱਪ ਪੀਂਦਾ ਪੀਂਦਾ, ਅਖਬਾਰ ਪੜ੍ਹਦਾ ਪੜ੍ਹਦਾ ਫੇਸਬੁੱਕ 'ਤੇ ਪੋਸਟ ਪਾ ਦਿੰਦਾ, ਮੈਂ ਨਹੀਂ ਮੰਨਦਾ ਕਿਸੇ ਸਾਧ ਲਾਣੇ ਨੂੰ, ਪਖੰਡੀ ਹੁੰਦੇ, ਐ ਹੁੰਦੇ, ਵਾਹ ਹੁੰਦੇ, 26 ਗਾਲਾਂ ਕੱਢ ਕੇ। ਤੇ ਤੈਨੂੰ ਕੀ ਪਤਾ ਸਾਧਨਾ ਕੀ ਹੁੰਦੀ ਆ। ਮਹਾਰਾਜ ਗੁਰੂ ਜੀ ਕਹਿੰਦੇ ਆ, ਕਹਿੰਦੇ ਭਜ ਸਰਨ ਸਾਧੂ ਨਾਨਕਾ। ਨਾਲੇ ਤੂੰ ਆਹ ਕੰਮ ਕਰਦਾ, ਨਾਲੇ ਇਹ ਕਹੀ ਜਾਂਦਾ ਵੀ ਮੈਂ ਬਾਬੇ ਨਾਨਕ ਦੇ ਰਾਹਾਂ 'ਤੇ ਹਾਂ। ਇਹ ਬਾਬੇ ਨਾਨਕ ਦਾ ਰਾਹ ਸੀ ਜਿਹੜੇ ਰਾਹਾਂ 'ਤੇ ਤੂੰ 8 ਵਜੇ ਉੱਠ ਕੇ ਤੇ ਪੋਸਟਾਂ ਪਾ ਕੇ 2-4 ਗਾਲਾਂ ਕੱਢਤੀਆਂ। ਕੋਈ ਗੱਲ ਨੂੰ ਸਮਝਣਾ ਹੀ ਨਾ, ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਨਹੀਂ, ਹਿੰਮਤ ਨਹੀਂ, ਅਤੇ ਸੱਚ ਨੂੰ ਪਹਿਚਾਨਣ ਦੀ। ਅਸਲ ਸੱਚ, ਆਦਿ ਸੱਚ, ਜੁਗਾਦ ਸੱਚ, ਉਹਦੇ ਨਾਲ ਕੋਈ ਸਾਂਝ ਹੀ ਨਹੀਂ। ਵਕਤੀ ਚੀਜ਼ਾਂ ਦੀਆਂ ਜੋ ਲੋਕਾਂ ਨੇ ਦਿਖਾਤੀਆਂ, ਤੈਨੂੰ ਲੱਗਦਾ ਆਹ ਸੱਚ ਹੈ। ਤੈਨੂੰ ਕੀ ਪਤਾ ਕੀ ਸੱਚ ਹੈ। ਦੁਨੀਆ ਦੀਆਂ ਚੀਜ਼ਾਂ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੀ ਸੱਚ ਹੈ ਅਤੇ ਕਿਹੜੀ ਗਲਤ ਹੈ। ਜਦੋਂ ਉਹਦੇ ਗਹਿਰਾਈ 'ਚ ਜਾਓਗੇ, ਵਿੱਚੋਂ ਕੁਝ ਹੋਰ ਹੀ ਨਿਕਲਦਾ ਕੁਝ ਹੋਰ ਹੀ ਹੈ। ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਜਾ ਰਹੇ, ਉਹ ਸਵਾਲ ਕਹਿੰਦੇ, ਭਾਈ ਮਰਦਾਨਾ ਸੱਚ ਅਤੇ ਝੂਠ ਦਾ ਫਰਕ ਕੀ? ਕਹਿੰਦੇ ਜੀ ਪਤਾ ਨਹੀਂ ਕੀ ਹੈ। ਮਹਾਰਾਜ ਕਹਿੰਦੇ ਫਿਰ ਵੀ ਦੱਸ ਮਰਦਾਨਾ ਕਿੰਨਾ ਕੁ? ਕਹਿੰਦਾ ਜੀ ਸੱਚ ਅਤੇ ਝੂਠ ਦਾ ਫਰਕ 4 ਉਂਗਲਾਂ ਦਾ ਹੈ। ਗੁਰੂ ਜੀ ਕਹਿੰਦੇ ਉਹ ਕਿਵੇਂ? ਇੱਦਾਂ ਹੱਥ ਰੱਖ ਕੇ ਕਹਿੰਦਾ, ਮਹਾਰਾਜ ਜੋ ਕੰਨਾਂ ਨਾਲ ਸੁਣ ਲਿਆ ਉਹ ਝੂਠ ਹੈ, ਜੋ ਅੱਖਾਂ ਨਾਲ ਵੇਖ ਲਿਆ ਉਹ ਸੱਚ ਹੈ। ਯਾਨੀ ਕੰਨਾਂ ਦਾ ਅਤੇ ਅੱਖਾਂ ਦਾ 4 ਉਂਗਲਾਂ ਦਾ। ਮਹਾਰਾਜ ਕਹਿੰਦੇ ਇਹ ਵੀ ਗਲਤ ਹੈ ਤੇਰੀ ਗੱਲ। ਕਈ ਵਾਰੀ ਅੱਖੀਂ ਦੇਖੀਆਂ ਚੀਜ਼ਾਂ ਵੀ ਠੀਕ ਨਹੀਂ ਹੁੰਦੀਆਂ। ਕਹਿੰਦਾ ਜੀ ਕਿਵੇਂ? ਦਿਖਾਇਆ। ਫਿਰ ਕਰਤਾਰਪੁਰ ਜਿੱਥੇ ਨਗਰ ਵਸਿਆ ਨਾ, ਉੱਥੇ ਦੀ ਘਟਨਾ ਹੈ। ਉਹ ਇੱਕ ਜ਼ਿਮੀਂਦਾਰਾਂ ਦਾ ਖੇਤ ਸੀ, ਉੱਥੇ ਬੋਹੜ ਲੱਗੇ ਸੀ ਵੱਡੇ ਵੱਡੇ ਕਣਕ ਦੇ ਢੇਰੀ। ਪਹਿਲਾਂ ਇੱਕ ਜਣਾ ਬੈਠਾ, ਚੱਕਿਆ ਪੀਪਾ ਭਾਂਡਾ ਦੂਜੇ ਬੋਹੜ 'ਚ ਪਾਉਣ ਲੱਗਿਆ, ਪਾਈ ਜਾਵੇ, ਪਹਿਰਾ ਦੇ ਰਿਹਾ ਸੀ। ਉਹ ਚਲਾ ਗਿਆ, ਫਿਰ ਦੂਜਾ ਆਇਆ, ਦੂਜੇ ਨੇ ਦੂਜੇ 'ਚ ਚੁੱਕ ਕੇ ਦੂਜੇ 'ਚ ਪਾਉਣੇ ਸ਼ੁਰੂ ਕਰ ਦਿੱਤੇ। ਭਾਈ ਮਰਦਾਨਾ ਜੀ ਕਹਿੰਦੇ ਦੇਖੋ ਮਹਾਰਾਜ ਇਹ ਕਿੰਨੇ ਬੇਈਮਾਨ ਬੰਦੇ ਹੈ। ਕਹਿੰਦੇ ਕਿਉਂ? ਦੇਖੋ ਜੀ ਪਹਿਲਾਂ ਇਹਦੀ ਵਾਰੀ ਸੀ, ਇਹਨੇ ਚੱਕਿਆ ਬੋਹੜ 'ਚੋਂ, ਇਹਨੇ ਰਲਾ ਲਿਆ ਆਪਣੇ 'ਚ। ਹੁਣ ਦੂਜੇ ਦੀ ਵਾਰੀ ਲੱਗੀ, ਦੂਜੇ ਨੇ ਚੁੱਕਿਆ, ਦੂਜੇ ਨੇ ਰਲਾ ਲਿਆ ਆਪਣੇ ਬੋਹੜ 'ਚ। ਦੋਵੇਂ ਹੀ ਬੇਈਮਾਨ ਹੋ ਗਏ। ਮਹਾਰਾਜ ਗੁਰੂ ਜੀ ਕਹਿੰਦੇ ਪੁੱਛ ਤਾਂ ਸਹੀ ਭਾਈ ਮਰਦਾਨਾ ਇਹਨੂੰ। ਪੁੱਛਿਆ, ਭਾਈ ਦੱਸ ਗੱਲ ਕੀ ਹੈ? ਤੁਸੀਂ ਚੋਰੀ ਕਰ ਰਹੇ ਹੋ, ਇਹ ਮਾੜੀ ਗੱਲ ਹੈ। ਭਾਈ ਮਰਦਾਨਾ ਜੀ ਨੂੰ ਕਹਿੰਦੇ ਚੋਰੀ ਨਹੀਂ ਕਰ ਰਹੇ ਜੀ, ਗੱਲ ਕੁਛ ਹੋਰ ਹੈ। ਉਹ ਕਹਿੰਦੇ ਮੈਂ ਦੇਖਿਆ ਸਾਹਮਣੇ, ਤੁਸੀਂ ਕਹੀ ਜਾਂਦੇ ਹੋਰ ਹੈ। ਦੇਖ ਰਿਹਾ ਮੈਂ, ਮੇਰੇ ਸਾਹਮਣੇ ਐਡੇ ਐਡੇ ਪੀਪੇ ਚੱਕ ਕੇ ਪਾਏ, ਅੱਖਾਂ ਵੀ ਧੋਖਾ ਖਾ ਸਕਦੀਆਂ ਕਿਤੇ, ਨਾਲੇ ਮਰਦਾਨੇ ਦੀਆਂ। ਉਹ ਕਹਿੰਦੇ ਨਹੀਂ ਧੋਖਾ ਤਾਂ ਨਹੀਂ ਤੁਹਾਡੀਆਂ ਅੱਖਾਂ ਨੇ ਖਾਧਾ, ਪਰ ਵਿੱਚ ਗੱਲ ਕੁਛ ਹੋਰ ਹੈ। ਕਹਿੰਦੇ ਕੀ? ਉਹ ਕਹਿੰਦੇ ਵੀ ਜਦੋਂ ਮੈਂ ਚੁੱਕ ਕੇ ਪੀਪੇ ਪਾਏ ਸੀ, ਮਤਲਬ ਢੇਰ ਦੇ ਵਿੱਚ, ਉਹ ਮੈਂ ਪੀਪੇ ਆਪਣੇ ਢੇਰ 'ਚੋਂ ਚੁੱਕ ਕੇ ਮੇਰੇ ਛੋਟੇ ਭਰਾ ਦੇ ਢੇਰ 'ਚ ਪਾਏ ਸੀ, ਆਪਣੇ 'ਚ ਨਹੀਂ ਸੀ ਪਾਏ। ਕਹਿੰਦੇ ਅੱਛਾ, ਫਿਰ ਦੂਜਾ ਕੀ ਉਹ ਵੀ ਕਰ ਗਿਆ? ਉਹ ਕਹਿੰਦਾ ਜੀ ਅੱਛਾ ਉਹ ਵੀ ਕਰ ਗਿਆ। ਕਹਿੰਦਾ ਫਿਰ ਉਹਨੇ ਚੱਕ ਕੇ ਆਪਣੇ ਵਾਲੇ 'ਚ ਮੇਰੇ ਵਾਲੇ 'ਚ ਪਾਤੇ, ਇਹਨੇ ਉਹ ਵੀ ਆ ਗਿਆ। ਭਾਈ ਮਰਦਾਨਾ ਜੀ ਕਹਿੰਦੇ ਦੋਵਾਂ ਨੇ ਕੀ ਕੀਤਾ? ਕਿਉਂ ਕੀਤਾ ਫਿਰ ਇੱਦਾਂ? ਉਹ ਕਹਿੰਦੇ ਜੀ ਵੈਸੇ ਅਸੀਂ ਚਾਹੁੰਦੇ ਤਾਂ ਨਹੀਂ ਸੀ ਵੀ ਅਸੀਂ ਇੱਕ ਦੂਜੇ ਨੂੰ ਦੱਸੀਏ, ਪਰ ਤੁਸੀਂ ਗੱਲ ਖੋਲ੍ਹ ਦਿੱਤੀ ਅਤੇ ਸਾਨੂੰ ਪਤਾ ਲੱਗ ਗਿਆ। ਪਰ ਗੱਲ ਇਹ ਸੀ, ਛੋਟਾ ਕਹਿੰਦਾ ਵੀ ਮੈਂ ਤੱਕ ਕੇ ਆਪਣੇ ਢੇਰ 'ਚੋਂ ਤਾਂ ਇਹਨੂੰ ਕਣਕ ਪਾ ਰਿਹਾ ਸੀ ਵੀ ਮੇਰਾ ਪਰਿਵਾਰ ਛੋਟਾ ਹੈ, ਮੇਰੇ ਭਰਾ ਦਾ ਵੱਡਾ ਹੈ, ਇਹਦਾ ਗ੍ਰਸਤੀ ਜੀਵਨ ਵੱਡਾ ਹੈ, ਥੋੜ੍ਹੀਆਂ ਜਿਹੀਆਂ ਜ਼ਿੰਮੇਵਾਰੀਆਂ ਵੀ ਵੱਧ ਨੇ, ਮੇਰਾ ਘੱਟ 'ਚ ਸਰਦਾ ਹੈ। ਮੇਰੇ ਤੋਂ ਸਾਹਮਣੇ ਇਹਨੇ ਲੈਣੀ ਨਹੀਂ ਸੀ ਚੀਜ਼ ਇਹ। ਮੈਂ ਚਾਹੁੰਦਾ ਸੀ ਕੋਈ ਮਣ 2 ਮਣ, ਕੁਆਂਟਲ 2 ਕੁਆਂਟਲ ਇਹਨੂੰ ਵੱਧ ਚੱਲ ਜੇ, ਇਹਦਾ ਪਰਿਵਾਰ ਇਹਦਾ ਵੱਧ ਖਰਚਾ ਹੈ ਅਤੇ ਇਹਨੂੰ ਸਰ ਜਾਏ ਅਤੇ ਪਤਾ ਵੀ ਨਾ ਲੱਗੇ ਮੈਂ ਇਹਦੀ ਸਹਾਇਤਾ ਕੀਤੀ। ਦੂਜੇ ਨੂੰ ਕਹਿੰਦੇ ਤੂੰ ਕਿਉਂ? ਉਹ ਕਹਿੰਦਾ ਜੀ ਮੈਂ ਤਾਂ ਪਾ ਰਿਹਾ ਸੀ, ਮੈਨੂੰ ਇਹ ਸੀ ਇਹ ਮੇਰਾ ਛੋਟਾ ਭਾਈ ਹੈ, ਹਜੇ ਛੋਟਾ ਹੈ, ਮੇਰਾ ਪਰਿਵਾਰ ਵੱਡਾ ਹੈ, ਮੇਰੇ ਨਾਲ ਮੇਰਾ ਪੁੱਤ ਹੈ, ਉਹ ਵੀ ਕੰਮ ਮਾੜਾ ਮੋਟਾ ਕਰਾ ਦਿੰਦਾ, ਅਸੀਂ ਥੋੜ੍ਹਾ ਬਹੁਤਾ ਹੋਰ ਕੋਈ ਹੀਲਾ ਕਰ ਲਾਂਗੇ। ਇਹ ਛੋਟਾ ਇਕੱਲਾ ਹੀ ਹੈ, ਇਹਦੇ ਸਿਰ 'ਤੇ ਜ਼ਿੰਮੇਵਾਰੀ ਹੈ, ਮੈਂ ਸੋਚਿਆ ਮੇਰਾ ਭਾਈ ਔਖਾ ਨਾ ਹੋਵੇ, ਮੈਂ ਇਹਨੂੰ ਤਾਂ ਪਾ ਰਿਹਾ। ਕਹਿੰਦੇ ਆਹ ਹਾ ਇਹ ਤਾਂ ਗੱਲ ਹੀ ਕੁਛ ਹੋਰ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਦੱਸਿਆ। ਮਹਾਰਾਜ ਕਹਿੰਦੇ ਮਰਦਾਨਾ ਇੱਥੇ ਕਰਤਾਰ ਵਸਦਾ, ਇੱਥੇ ਨਗਰ ਵਸਾਈਏ। ਫਿਰ ਉਹ ਨਗਰ ਵਸਾਇਆ ਕਰਤਾਰਪੁਰ, ਜਿਹਦੇ ਦਰਸ਼ਨ ਤੁਸੀਂ ਕਰਤੇ, ਕੋਰੀਡੋਰ ਖੋਲ੍ਹਿਆ।
ਤੇ ਕਈ ਵਾਰ ਸਾਧ ਸੰਗਤ ਦੇਖਦੇ ਆ, ਉਹ ਵੀ ਨਹੀਂ ਪਤਾ ਲੱਗਦਾ ਸਾਨੂੰ ਸੱਚ ਕੀ ਹੈ। ਸੱਚ ਤੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਦੇ ਪਰਮਾਤਮਾ ਦਾ ਨਾਮ ਹੈ, ਜਦੋਂ ਉਹਦੇ ਨਾਲ ਜੁੜ ਗਏ ਸਾਰੀਆਂ ਜਿਹੜੀਆਂ ਗੁੱਥੀਆਂ ਨੇ ਖੁੱਲ੍ਹਣ ਲੱਗ ਜਾਣਗੀਆਂ। ਮਹਾਰਾਜ ਗੁਰੂ ਜੀ ਕਹਿੰਦੇ ਨੇ, ਕਹਿੰਦੇ ਭਜ ਸਰਨ ਸਾਧੂ ਨਾਨਕਾ, ਵਾਹਿਗੁਰੂ ਦੀ ਸ਼ਰਨ ਵਿੱਚ ਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਤੇ ਫਿਰ ਮਿਲ ਗੁਣ ਗੋਬਿੰਦ ਹੈਗਾ ਇਹ, ਗੋਬਿੰਦ ਵਾਹਿਗੁਰੂ ਦੇ ਗੁਣ ਗਾਇਆ ਕਰ, ਝੂਠੀਆਂ ਚੀਜ਼ਾਂ ਦਾ ਤਿਆਗ ਕਰ, ਨਾਮ ਨਾਲ ਜੁੜ, ਤਾਂ ਕਿ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣ। ਇਹ ਗੁਰੂ ਜੀ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ। ਆਨ ਉਪਾਵ ਸਾਗਰ ਕੀਏ, ਨਹਿ ਦੂਖ ਸਾ ਕਹਿ ਲਾਹੇ, ਭਜ ਸਰਨ ਸਾਧੂ ਨਾਨਕਾ, ਮਿਲ ਗੁਣ ਗੋਬਿੰਦਹਿ ਗਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।